ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਦਰਸ਼ਕੋ, ਹਮਦਰਦ ਟੀਵੀ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਲਈ ਜਿੱਥੇ ਅਸੀਂ ਜਾਣਕਾਰੀ ਤੁਹਾਡੇ ਨਾਲ ਕੋਈ ਨਾ ਕੋਈ ਨਵੀਂ ਸਾਂਝੀ ਕਰਦੇ ਤਾਂ ਉੱਥੇ ਤੁਹਾਡੀ ਸਿਹਤ ਦੇ ਪੱਖੋਂ ਤੁਹਾਡਾ ਖਿਆਲ ਰੱਖਣ ਦੇ ਲਈ ਵੱਖ-ਵੱਖ ਡਾਕਟਰਸ ਵੱਖ-ਵੱਖ ਵੈਦਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਆ। ਤੁਹਾਡੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਉਹਨਾਂ ਤੋਂ ਤੁਹਾਡੇ ਸਵਾਲ ਜਵਾਬ ਤੁਸੀਂ ਕਈ ਵਾਰ ਕਮੈਂਟ ਬਾਕਸ ਵਿੱਚ ਭੇਜਦੇ ਹੋ, ਉਹਨਾਂ ਸਵਾਲਾਂ ਦੇ ਅਸੀਂ ਜਵਾਬ ਵੀ ਲੈਂਦੇ ਹਾਂ ਤਾਂ ਜੋ ਤੁਹਾਨੂੰ ਕਿਸੇ ਤਰੀਕੇ ਦੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਤੁਹਾਡੀ ਜ਼ਿੰਦਗੀ ਦੇ ਵਿੱਚ ਮਾਨਸਿਕ ਜਾਂ ਸਰੀਰਕ ਤੌਰ ਦੇ ਉੱਤੇ ਨਾ ਆਵੇ। ਜੇ ਅੱਜ ਕੱਲ੍ਹ ਦੀ ਗੱਲ ਕੀਤੀ ਜਾਵੇ ਤਾਂ ਅੱਜ ਕੱਲ੍ਹ ਇੱਕ ਬਹੁਤ ਸਾਰਾ ਵੱਡਾ ਇੱਕ ਸਵਾਲ ਉੱਠਦਾ ਹੈ ਕਿ ਕਮਜ਼ੋਰੀ ਇਨਸਾਨ ਦੇ ਵਿੱਚ ਕਈ ਵਾਰ ਆਉਂਦੀ ਹੈ ਤਾਂ ਉਸ ਦੇ ਨਾਲ ਬਹੁਤ ਸਾਰੇ ਰਿਸ਼ਤੇ ਵਸਦੇ ਰਸਦੇ ਘਰ ਉੱਜੜ ਜਾਂਦੇ ਨੇ। ਪਰ ਕੀ ਇਹ ਜਿਹੜੀ ਕਮਜ਼ੋਰੀ ਹੈ ਇਸ ਦਾ ਆਯੁਰਵੇਦ ਦੇ ਨਾਲ ਕੋਈ ਹੱਲ ਹੋ ਸਕਦਾ ਹੈ? ਇਹ ਸਵਾਲ ਜਾਣਨ ਦੇ ਲਈ ਸਾਡੇ ਨਾਲ ਅੱਜ ਵੈਦ ਹਰਸ਼ਬੀਰ ਸਿੰਘ ਇੱਕ ਵਾਰ ਫਿਰ ਮੌਜੂਦ ਨੇ। ਹਰਸ਼ਬੀਰ ਜੀ, ਤੁਹਾਡਾ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਹਮਦਰਦ ਟੀਵੀ। ਹਮਦਰਦ ਟੀਵੀ ਦੇਖਣ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਥੋੜ੍ਹਾ ਜਿਹਾ ਵੈਦ ਜੀ ਬਾਰੇ ਦੱਸਦਾ ਵੀ ਵੈਦ ਹਰਸ਼ਬੀਰ ਸਿੰਘ ਦੇ ਫਾਦਰ ਸਾਹਿਬ ਲੇਟ ਵੈਦ ਡਾਕਟਰ ਪ੍ਰਿਤਪਾਲ ਸਿੰਘ 1986 ਦੇ ਵਿੱਚ ਤੋਂ ਲੈ ਕੇ ਲਗਾਤਾਰ ਇਹ ਸੇਵਾਵਾਂ ਦੇ ਰਹੇ ਸੀ, ਜਿਨ੍ਹਾਂ ਦਾ ਕੁਝ ਸਾਲ ਪਹਿਲਾਂ ਕਾਲ ਚਲਾਣਾ ਹੋਇਆ ਤਾਂ ਉਸ ਤੋਂ ਬਾਅਦ ਹੁਣ ਵੈਦ ਹਰਸ਼ਬੀਰ ਸਿੰਘ ਉਹ ਹਰਬਲ ਦਵਾਈਆਂ ਤਿਆਰ ਕਰਦੇ ਨੇ। ਸਿਕੰਦਰ ਹਰਬਲ ਕੇਅਰ ਇੱਕ ਵੱਡਾ ਜਾਣਿਆ ਮਾਨਾ ਨਾਮ ਹੈ ਜਲੰਧਰ ਦੇ ਵਿੱਚ, ਜਿੱਥੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਬੈਠੇ ਦਵਾਈਆਂ ਮੰਗਵਾਉਂਦੇ ਨੇ। ਹਰਬਲ ਕੇਅਰ ਤੋਂ ਇਹ ਦਵਾਈਆਂ ਦੇ ਆਰਡਰ ਕਰਦੇ ਨੇ ਅਤੇ ਆਪਣੇ ਜਿਹੜੀਆਂ ਸਰੀਰਕ ਕਮਜ਼ੋਰੀਆਂ ਜਾਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਵਿਦੇਸ਼ਾਂ 'ਚ ਬੈਠੇ ਵੀ ਕਰਵਾਉਂਦੇ ਨੇ। ਵੈਦ ਜੀ, ਸਭ ਤੋਂ ਪਹਿਲਾਂ ਸਵਾਲ ਮੇਰਾ ਇਹੀ ਹੈ ਵੀ ਕਮਜ਼ੋਰੀ ਕਰਕੇ ਰਿਸ਼ਤੇ ਟੁੱਟ ਰਹੇ ਨੇ, ਕੀ ਵਾਕਿਆ ਸੱਚਮੁੱਚ ਲੱਗਦਾ ਵੀ ਕਮਜ਼ੋਰੀ ਕਰਕੇ ਰਿਸ਼ਤੇ ਅੱਜ ਕੱਲ੍ਹ ਟੁੱਟ ਰਹੇ ਨੇ? ਦੇਖੋ ਜੀ, ਮੇਰੇ ਕਹਿਣ ਨਾਲ ਜਾਂ ਕਹਿਣ ਨਾਲ ਨਹੀਂ ਹੈਗਾ। ਦੇਖਣ ਵਾਲੇ ਮੇਰੇ ਤੋਂ ਬਹੁਤ ਜ਼ਿਆਦਾ ਸਿਆਣੇ ਨੇ, ਬਹੁਤ ਇੰਟੈਲੀਜੈਂਟ ਨੇ ਸਾਨੂੰ ਦੇਖਣ ਵਾਲੇ। ਦੇਖੋ, ਆਮ ਤੌਰ 'ਤੇ ਰਿਸ਼ਤੇ ਦੀ ਜਿਹੜੀ ਬੁਨਿਆਦ ਹੈ ਉਹ ਕਿਸ ਚੀਜ਼ ਦੇ ਉੱਤੇ ਹੁੰਦੀ ਹੈ? ਇੱਕ ਰਿਲੇਸ਼ਨ ਦੇ ਸਿਰ 'ਤੇ ਹੁੰਦੀ ਹੈ। ਇੱਕ ਟਰੂ ਲਵ ਹੁੰਦਾ ਬੰਦੇ ਦਾ, ਇੱਕ ਯਕੀਨ ਹੁੰਦਾ। ਦੇਖੋ, ਰਿਲੇਸ਼ਨ ਟੁੱਟਣ ਪਿੱਛੇ ਜੋ ਮੈਨੂੰ ਲੱਗਦਾ ਵਟ ਆਈ ਥਿੰਕ ਮੇਰੇ ਅਕੋਰਡਿੰਗ ਵੀ ਰਿਸ਼ਤਾ ਟੁੱਟਣ ਵਿੱਚ ਸਭ ਤੋਂ ਜ਼ਿਆਦਾ ਇੱਕ ਮਿਸਅੰਡਰਸਟੈਂਡਿੰਗ ਫੇਸ ਕਰਦਾ ਬੰਦਾ। ਜਿਹੜਾ ਬੰਦਾ ਅਨਫਿਟ ਹੁੰਦਾ ਕਿਸੇ ਵੀ ਰਿਲੇਸ਼ਨ ਨੂੰ ਨਿਭਾਉਣ ਲਈ ਜਾਂ ਸਰੀਰਕ ਪੱਖੋਂ ਵੀਕ ਹੋ ਜਾਂਦਾ, ਉਹ ਆਪਦੇ ਪਾਰਟਨਰ ਨੂੰ ਨਹੀਂ ਸੈਟੀਸਫਾਈ ਕਰ ਪਾਉਂਦਾ। ਪਾਰਟਨਰ ਦੇ ਦਿਮਾਗ ਦੇ ਵਿੱਚ ਇਹ ਮਿਸਅੰਡਰਸਟੈਂਡਿੰਗ ਆ ਜਾਂਦੀ ਵੀ ਮੇ ਬੀ ਇਹਦਾ ਬਾਹਰ ਕਿਤੇ ਹੋਰ ਰਿਲੇਸ਼ਨ ਚੱਲ ਰਿਹਾ, ਵੀ ਤਾਂ ਇਹ ਮੈਨੂੰ ਨਹੀਂ ਬੁਲਾਉਂਦਾ ਜਾਂ ਮੇਰੇ ਨਾਲ ਨਹੀਂ ਕੋਈ ਰਿਲੇਸ਼ਨ ਬਣਾਉਂਦਾ। ਇਹ ਇੱਕ ਬਹੁਤ ਵੱਡੀ ਦਰਾਰ ਆ ਜਾਂਦੀ ਹੈ, ਕਿਉਂਕਿ ਹਰ ਬੰਦਾ ਆਪਣੇ ਆਪ ਨੂੰ ਕਦੀ ਇਹ ਚੀਜ਼ ਆਪਣੇ ਪਾਰਟਨਰ ਮੂਹਰੇ ਐਕਸੈਪਟ ਨਹੀਂ ਕਰਦਾ ਕਿ ਮੈਂ ਅਨਫਿਟ ਹਾਂ, ਵੀ ਮੈਂ ਇਹ ਚੀਜ਼ ਨਹੀਂ ਕਰ ਸਕਦਾ। ਉਹ ਇਹ ਚੀਜ਼ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦਾ ਇੱਕ ਪਾਸਿਓਂ। ਜਦੋਂ ਇਹ ਇਗਨੋਰ ਕਰਨਾ ਸ਼ੁਰੂ ਕਰ ਦਿੰਦਾ ਅਤੇ ਪਾਰਟਨਰ ਜਿਹੜਾ ਤੁਹਾਡਾ ਲਾਈਫ ਪਾਰਟਨਰ ਹੈ ਉਹਦੇ ਮਨ ਦੇ ਵਿੱਚ ਜਿਹੜਾ ਫੀਮੇਲ ਸਾਈਡ ਹੈ ਉੱਤੇ ਇੱਕ ਇੰਪੈਕਟ ਪੈ ਜਾਂਦਾ ਬਹੁਤ ਵੱਡਾ ਵੀ ਇਹਦਾ ਮੇ ਵੀ ਕਿਤੇ ਬਾਹਰ ਰਿਲੇਸ਼ਨ ਚੱਲ ਰਿਹਾ। ਜਦ ਵੀ ਤੁਹਾਨੂੰ ਕਿੱਦਾਂ ਦੀ ਪ੍ਰੋਬਲਮ ਆਉਂਦੀ ਹੈ, ਤੁਸੀਂ ਆਪਦੇ ਪਾਰਟਨਰ ਨਾਲ ਜ਼ਰੂਰ ਸਲਾਹ ਕਰੋ। ਤੁਸੀਂ ਉਹਨੂੰ ਸੱਚ ਜ਼ਰੂਰ ਦੱਸੋ ਵੀ ਮੈਂ ਇਸ ਪੱਖੋਂ ਥੋੜ੍ਹਾ ਵੀਕ ਹੋ ਗਿਆ ਵਾਂ, ਤੁਹਾਨੂੰ ਇਲਾਜ ਦੀ ਲੋੜ ਹੈ। ਤੁਸੀਂ ਜੇ ਰਿਲੇਸ਼ਨ ਨੂੰ ਖਰਾਬ ਕਰੋਗੇ, ਤੁਹਾਡੀ ਵਾਈਫ ਤੁਹਾਨੂੰ ਛੱਡ ਕੇ ਚੱਲ ਜਾਏਗੀ, ਤੁਹਾਡਾ ਡਿਵੋਰਸ ਤੱਕ ਨੌਬਤ ਆ ਜਾਏਗੀ, ਫਿਰ ਵੀ ਤੁਸੀਂ ਦੁਬਾਰਾ ਇਲਾਜ ਕਰਾ ਕੇ ਆਪਣਾ ਨਵਾਂ ਜੀਵਨ ਸ਼ੁਰੂ ਕਰੋਗੇ। ਬੈਟਰ ਇਹ ਵੇ ਕਿ ਉਹ ਰਿਲੇਸ਼ਨ ਨੂੰ ਖਰਾਬ ਨਾ ਹੋਣ ਦਿਓ, ਤੁਸੀਂ ਉਹਦਾ ਬੰਦਾ ਜਿਹੜਾ ਟਰੀਟਮੈਂਟ ਹੈ ਉਹ ਟਾਈਮ ਸਿਰ ਕਰਾਓ। ਜਿਵੇਂ ਸਿਕੰਦਰ ਹਰਬਲ ਕੇਅਰ ਲਗਾਤਾਰ 1986 ਤੋਂ ਲੈ ਕੇ ਦਵਾਈਆਂ ਤਿਆਰ ਕਰਕੇ ਦੇ ਰਿਹਾ, ਹਰਬਲ ਦੇ ਜ਼ਰੀਏ ਦਵਾਈਆਂ, ਆਯੁਰਵੈਦ ਦੇ ਜ਼ਰੀਏ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਨੇ, ਆਯੁਰਵੈਦ ਹੱਲ ਹੈ ਇਸ ਚੀਜ਼ ਦਾ? ਬਿਲਕੁਲ ਜੀ। ਆਯੁਰਵੇਦ ਤੋਂ ਮੇਰੇ ਹਿਸਾਬ ਨਾਲ ਵਟ ਆਈ ਥਿੰਕ ਵੀ ਮੇਰੇ ਹਿਸਾਬ ਨਾਲ ਆਯੁਰਵੇਦ ਤੋਂ ਵਧੀਆ ਇਲਾਜ ਹੋਰ ਕਿਸੇ ਪੈਥੀ ਵਿੱਚ ਨਹੀਂ ਹੈਗਾ। ਇਹ ਨਹੀਂ ਜ਼ਰੂਰੀ ਵੀ ਮੈਂ ਇਹ ਪੈਥੀ ਕਰ ਰਿਹਾ ਵਾਂ ਤਾਂ ਮੈਂ ਇਹ ਗੱਲ ਕਹਿ ਰਿਹਾ ਵਾਂ। ਮੈਨੂੰ ਲੱਗਦਾ ਵੀ ਕਿਸੇ ਵੀ ਹੋਰ ਪੈਥੀ ਦੇ ਵਿੱਚ ਇੰਨਾ ਵਧੀਆ ਅਤੇ ਇੰਨਾ ਸਿੰਪਲ ਤਰੀਕੇ ਨਾਲ ਇਲਾਜ ਨਹੀਂ ਹੈਗਾ। ਸਾਡਾ ਜਿਹੜਾ ਇਲਾਜ ਕੀਤਾ ਉਹਦੇ 'ਚ ਸਭ ਤੋਂ ਵੱਡਾ ਬੈਨੀਫਿਟ ਇਹ ਵੇ ਕਿ ਬੰਦਾ ਜੜ੍ਹ ਤੋਂ ਠੀਕ ਹੁੰਦਾ। ਹੋਰ ਕਿਸੇ ਪੈਥੀ ਵਿੱਚ ਕੀ ਹੈ ਕਿ ਆਪਣੇ ਜਿਹੜੇ ਸਿੰਪਟਮਸ ਨੇ ਉਹਨਾਂ ਨੂੰ ਲੁਕਾਉਣ ਦਾ ਹੈਗਾ, ਉਹਨਾਂ ਨੂੰ ਟਾਈਮ ਪਾਸ ਕਰਨ ਵਾਲਾ, ਜਿੱਦਾਂ ਆਪਾਂ ਕਹਿ ਦਈਦਾ ਵੀ ਪੰਜਾਬੀ 'ਚ ਵੀ ਕੰਮ ਧੱਕਾ ਸਟਾਰਟ ਹੋ ਗਿਆ, ਵੀ ਗੋਲੀ ਖਾ ਲਓ ਅਤੇ ਆਪਣਾ ਪਰਫੋਰਮੈਂਸ ਕਰ ਲਓ, ਉਸ ਤੋਂ ਬਾਅਦ ਫਿਰ ਉੱਦਾਂ ਦੇ ਉੱਦਾਂ। ਇੱਕ ਟਾਈਮ ਇੱਦਾਂ ਦਾ ਆ ਜਾਂਦਾ ਉਹਦੇ ਵਿੱਚ, ਦੂਜੀ ਪੈਥੀ ਦੇ ਵਿੱਚ, ਐਲੋਪੈਥੀ ਦੇ ਵਿੱਚ ਵੀ ਜਦੋਂ ਆਪਾਂ ਦਵਾਈ ਖਾ ਲੈਂਦੇ ਉਹ ਦਵਾਈ ਸਾਨੂੰ ਆਫਟਰ ਸਮ ਟਾਈਮ ਜਦੋਂ ਆਪਾਂ ਕੰਟੀਨਿਊਸ ਬੇਸਿਸ 'ਤੇ ਯੂਜ਼ ਕਰਨੀ ਸ਼ੁਰੂ ਕਰ ਦਿੰਦੇ ਹਾਂ ਉਦੋਂ ਉਹਦਾ ਅਸਰ ਹੋਣਾ ਹੀ ਬੰਦ ਹੋ ਜਾਂਦਾ। ਉਸ ਤੋਂ ਬਾਅਦ ਆਯੁਰਵੇਦ ਵਿੱਚ ਵੀ ਉਹਦਾ ਹੱਲ ਬਹੁਤ ਔਖਾ ਹੁੰਦਾ ਫਿਰ, ਕਿਉਂਕਿ ਦੇਖੋ ਇਹ ਜਿਹੜੀ ਚੀਜ਼ ਹੈ ਆਪਾਂ ਉਹਨੂੰ ਜੜ੍ਹ ਤੋਂ ਜੋ ਨੁਕਸ ਹੈਗਾ, ਕੋਈ ਵੀ ਮੈਨੂੰ ਪੇਸ਼ੈਂਟ ਭੇਜਦਾ ਜੋ ਸਾਡਾ ਤਰੀਕਾ ਇਲਾਜ ਕਰਨ ਦਾ, ਆਪਦੀਆਂ ਰਿਪੋਰਟਾਂ ਭੇਜਦਾ, ਆਪਾਂ ਉਹਨੂੰ ਵੇਖਦੇ ਵੀ ਨੁਕਸ ਕਿੱਥੇ ਵੇ। ਜੇ ਉਹਨੂੰ ਗਰਮੀ ਹੈ ਤਾਂ ਗਰਮੀ ਵਾਲਾ ਇਲਾਜ ਕਰ ਦਿਓ, ਜੇ ਉਹਨੂੰ ਪਸ ਆ ਰਹੀ ਤਾਂ ਪਸ ਵਾਲਾ ਇਲਾਜ ਕਰ ਦਿਓ, ਜੇ ਉਹਨੂੰ ਕੋਈ ਇਨਫੈਕਸ਼ਨ ਹੈ ਤਾਂ ਇਨਫੈਕਸ਼ਨ ਦਾ ਇਲਾਜ, ਮਤਲਬ ਵਟ ਐਵਰ ਉਹਦਾ ਜੋ ਵੀ ਰੋਗ ਦਾ ਜਿਹੜਾ ਕੌਜ਼ ਬਣਿਆ ਵੀ ਉਹਨੂੰ ਜਿਸ ਗੱਲ ਕਰਕੇ ਪ੍ਰੋਬਲਮ ਆ ਰਹੀ ਉਹਦਾ ਕਾਰਨ ਦੂਰ ਕਰ ਦਿਓ। ਬਾਕੀ ਪੈਥੀਆਂ 'ਚ ਕੀ ਹੈ ਜੀ, ਉਹਨੂੰ ਸਪਰੈਸ ਕਰ ਦਿਓ, ਉਹਨੂੰ ਟਾਈਮ ਪਾਸ ਕਰਨ ਲਈ ਉਹਨੂੰ ਅਵਿਆਗਰਾ ਵਗੈਰਾ ਟਰੀਟਮੈਂਟ ਹੁੰਦੇ ਨੇ, ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਜਦੋਂ ਤੁਹਾਨੂੰ ਪਤਾ ਵੀ ਬਹੁਤ ਸੀਰੀਅਸ ਸਾਈਡ ਇਫੈਕਟ ਹੁੰਦੇ ਨੇ, ਕਈਆਂ ਦੀ ਤਾਂ ਔਨ ਦਾ ਸਪੌਟ ਡੈਥ ਵੀ ਹੋ ਗਈ ਹੈ। ਅਤੇ ਇੰਨਾ ਜ਼ਿਆਦਾ ਵੱਡਾ ਰਿਸਕ ਲੈ ਕੇ ਆਪਾਂ ਨੂੰ ਬੈਨੀਫਿਟ ਵੀ ਜਿਹੜਾ ਹੋ ਰਿਹਾ ਉਹ ਬਹੁਤ ਸ਼ਾਰਟ ਟਾਈਮ ਲਈ ਹੋ ਰਿਹਾ। ਅਤੇ ਇੰਨਾ ਵੱਡਾ ਰਿਸਕ ਲੈ ਕੇ ਆਪਣਾ ਲੀਵਰ ਦਾ, ਕਿਡਨੀਆਂ ਦਾ, ਜਾਨ ਦਾ ਰਿਸਕ ਲੈ ਕੇ ਆਪਾਂ ਇੱਕ
ਥੋੜ੍ਹੀ ਟਾਈਮ ਦਾ ਜਿਹੜਾ ਆਪਣਾ ਇੰਜੋਇਮੈਂਟ ਲੱਭ ਰਹੇ ਹਾਂ, ਅਤੇ ਕਿੱਥੇ ਥੋੜ੍ਹਾ ਟਾਈਮ ਆਪਣਾ ਇਨਵੈਸਟ ਕਰਕੇ ਵਧੀਆ ਤਰੀਕੇ ਨਾਲ ਜੇ ਇਲਾਜ ਕਰਾ ਕੇ ਆਪਾਂ ਸਾਰੀ ਉਮਰ ਲਈ ਠੀਕ ਹੋ ਜਾਈਏ ਤਾਂ ਕਿੰਨਾ ਬੈਨੀਫਿਟ ਹੈ। ਡਾਕਟਰ ਸਾਹਿਬ ਤੁਹਾਡੇ ਤੋਂ ਜਾਣਨਾ ਚਾਹੂੰਗਾ, ਬਹੁਤ ਸਾਰੇ ਲੋਕ ਗ੍ਰਸਤ ਕਮਜ਼ੋਰੀ ਵੀ ਇਹਨੂੰ ਕਹਿੰਦੇ ਨੇ, ਇਹ ਕੋਈ ਅਲੱਗ ਚੀਜ਼ ਹੈ ਤਾਂ ਉਹ ਸੇਮ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਉਹੀ ਚੀਜ਼ ਆ? ਗ੍ਰਸਤ ਕਮਜ਼ੋਰੀ ਵੀ ਇਹੀ ਚੀਜ਼ ਆ? ਦੇਖੋ, ਗ੍ਰਸਤ ਕਮਜ਼ੋਰੀ ਕੀ ਕਹਿੰਦੇ ਆ ਵੀ ਜਦੋਂ ਆਪਾਂ ਫਿਜ਼ੀਕਲੀ ਆਪਣੇ ਪਾਰਟਨਰ ਨੂੰ ਸੈਟੀਸਫਾਈ ਨਹੀਂ ਕਰ ਪਾਉਂਦੇ, ਉਹਦੀਆਂ ਨੀਡਸ ਜੋ ਵੀ ਹੁੰਦੀਆਂ ਇੱਕ ਮੈਰਿਡ ਕਪਲ ਦੀਆਂ, ਉਹ ਆਪਾਂ ਪਰਫਾਰਮ ਨਹੀਂ ਕਰ ਸਕਦੇ, ਉਹਨੂੰ ਸੈਟੀਸਫਾਈ ਨਹੀਂ ਕਰ ਸਕਦੇ, ਉਹਨੂੰ ਬਿਲਕੁਲ ਜਿੱਦਾਂ ਕਹਿ ਲਈਦਾ ਵੀ ਗ੍ਰਸਤ ਆਪਾਂ ਆਪਣੇ ਪਰਿਵਾਰ ਨੂੰ ਵਧਾਉਣਾ, ਗਾਂ ਪਰਿਵਾਰ ਨੂੰ ਗਾਂ ਵਧਾਉਣ ਦੇ, ਪਰਿਵਾਰ ਦੀਆਂ ਜੋ ਵੀ ਐਕਸਪੈਕਟੇਸ਼ਨਸ ਨੇ ਉਹਨੂੰ ਆਪਣੇ ਪਾਰਟਨਰ ਦੀਆਂ ਐਕਸਪੈਕਟੇਸ਼ਨਸ 'ਤੇ ਪੂਰੇ ਨਾ ਉਤਰਨਾ, ਜਾਂ ਆਪਾਂ ਕਹਿ ਲਈਏ ਵੀ ਆਪਾਂ ਅਨਫਿਟ ਹੋ ਗਏ, ਠੀਕ ਹੈ ਜੀ, ਅਨਫਿਟ ਟੂ ਪਰਫਾਰਮ, ਵੀ ਜੋ ਵੀ ਵਿਆਹ ਤੋਂ ਬਾਅਦ ਆਪਣਾ ਹੁੰਦਾ ਫਰਜ਼ ਹੈਗਾ ਵੀ ਆਪਣੇ ਪਾਰਟਨਰ ਨੂੰ ਸੈਟੀਸਫਾਈ ਕਰਕੇ ਰੱਖਣਾ, ਉਹ ਚੀਜ਼ ਤੋਂ ਆਪਾਂ ਬਾਹਰ ਹੋ ਗਏ ਅਤੇ ਆਪਾਂ ਉਹਨੂੰ ਗ੍ਰਸਤ ਕਮਜ਼ੋਰੀ ਕਹਿ ਲਾਂਗੇ ਫਿਰ। ਅੱਛਾ, ਇਹ ਕਿਤੇ ਐਂ ਤਾਂ ਨਹੀਂ ਹੈਗਾ ਵੀ ਇਹ ਕਿਤੇ ਸੱਚੀ ਗ੍ਰਸਤ ਕਮਜ਼ੋਰੀ ਹੁੰਦੀ ਹੈ, ਜਾਂ ਕਈ ਵਾਰ ਬੰਦੇ ਦਾ ਮਾਈਂਡ ਉੱਦਾਂ ਦਾ ਸੈੱਟ ਹੋ ਜਾਂਦਾ ਵੀ ਮਾਈਂਡ ਦੀ ਇੱਕ ਸੋਚ ਇਨਸਾਨ ਦੀ ਬਣ ਜਾਂਦੀ, ਉੱਤੋਂ ਫਿਰ ਤੁਹਾਡੇ ਵਰਗੇ ਡਾਕਟਰ ਵੀ ਵੈਦ ਵੀ ਦੁਕਾਨਾਂ ਖੋਲ੍ਹ ਕੇ ਬੈਠੇ ਨੇ ਬਹੁਤ ਸਾਰੇ, ਜਿਹੜੇ ਕਹਿੰਦੇ ਨੇ ਵੀ ਹਾਂ ਵੀ ਬਾਈ ਤੈਨੂੰ ਐਡੀ ਕਮਜ਼ੋਰੀ ਹੈਗੀ ਆ, ਤੂੰ ਮੇਰੇ ਤੋਂ ਦਵਾਈ ਖਾ, ਮੈਂ ਤੈਨੂੰ ਠੀਕ ਕਰ ਦੂੰਗਾ, ਹੈ ਜਾਂ ਫਿਰ ਲੋਕਾਂ ਦਾ ਡਾਕਟਰ ਵੀ ਫਾਇਦਾ ਚੁੱਕ ਰਹੇ ਨੇ? ਸੱਚੀ ਹੈ ਇੱਦਾਂ ਦੀ ਕੋਈ ਗੱਲ? ਦੇਖੋ ਜੀ, ਇਹ ਸਵਾਲ ਨਾ ਬੜਾ ਤੁਸੀਂ ਐਪਰੋਪ੍ਰੀਏਟ ਪੁੱਛਿਆ, ਬੜਾ ਜਿਹਨੂੰ ਆਪਾਂ ਕਹਿ ਲਈਏ ਵੀ ਦੇਖਣ ਵਾਲੇ ਨੂੰ ਲੱਗਦਾ ਹੋਊਗਾ ਬੜਾ ਚੁੱਭਵਾਂ ਪੁੱਛਿਆ, ਬਟ ਜਿਹੜੇ ਲੋਕ ਇਹਦਾ ਫਾਇਦਾ ਉਠਾ ਰਹੇ ਨੇ ਉਹਨਾਂ ਲਈ ਜ਼ਰੂਰ ਚੁੱਭਣਾ ਹੋਏਗਾ। ਮੈਂ ਕੀ ਕਰਦਾ ਵਾਂ, ਮੇਰੀ ਵਟ ਆਈ ਥਿੰਕ ਕਿ ਇਹ ਪ੍ਰੋਬਲਮ ਜਿਹੜੀ ਹੈਗੀ ਹੈ ਨਾ, ਇਹ ਕਈ ਵਾਰੀ ਫਿਜ਼ੀਕਲ ਨਾਲੋਂ ਨਾ ਮੈਂਟਲ 'ਚ ਜ਼ਿਆਦਾ ਹੁੰਦੀ ਹੈ, ਬ੍ਰੇਨ ਦੇ ਵਿੱਚ ਬੰਦੇ ਦੇ ਜ਼ਿਆਦਾ ਹੁੰਦੀ ਹੈ, ਸਾਈਕੋਲੋਜੀਕਲ ਜ਼ਿਆਦਾ ਹੁੰਦੀ ਹੈ। ਦੇਖੋ, ਆਪਾਂ ਸਭ ਤੋਂ ਪਹਿਲਾਂ ਪੇਸ਼ੈਂਟ ਨਾਲ ਜਦੋਂ ਵੀ ਗੱਲ ਕਰਨੀ ਹੈ, ਉਹਨਾਂ ਨੂੰ ਡਾਇਗਨੋਸ ਕਰਨਾ, ਆਪਾਂ ਇਹ ਚੀਜ਼ ਬੜੇ ਧਿਆਨ ਨਾਲ ਚੈੱਕ ਕਰਨੀ ਹੈ ਵੀ ਇਹ ਪ੍ਰੋਬਲਮ ਉਹਦੀ ਕਿਤੇ ਸੋਚ ਦੇ ਵਿੱਚ ਤਾਂ ਨਹੀਂ ਹੈਗੀ। ਜੇ ਸੋਚ ਦੇ ਵਿੱਚ ਹੈਗਾ ਫਿਰ ਆਪਾਂ ਉਹਨੂੰ ਕੋਈ ਮੈਡੀਸਨ ਨਹੀਂ ਦੇਣੀ, ਆਪਾਂ ਸਿਰਫ ਉਹਨੂੰ ਕਾਉਂਸਲਿੰਗ ਦੇ ਰਾਹੀਂ ਹੱਲ ਕਰਨਾ। ਕਾਉਂਸਲਿੰਗ ਕਿੱਦਾਂ? ਮੈਂ ਬਿਲਕੁਲ ਫ੍ਰੀ ਆਫ ਕਾਸਟ ਕਾਉਂਸਲਿੰਗ ਕਰਦਾ ਵਾਂ। ਜੇ ਕਿਸੇ ਵੀ ਮੇਰੇ ਵੀਰ ਨੂੰ ਇੱਦਾਂ ਦੀ ਪ੍ਰੋਬਲਮ ਲੱਗਦੀ ਹੈ ਵੀ ਮੈਨੂੰ ਫਿਜ਼ੀਕਲ ਪ੍ਰੋਬਲਮ ਨਹੀਂ ਹੈਗੀ, ਮੈਨੂੰ ਕਿਤੇ ਵੀ ਕੰਟੈਕਟ ਕਰੇ, ਕਿਸੇ ਟਾਈਮ ਵੀ ਕੰਟੈਕਟ ਕਰੇ, ਮੈਂ ਉਹਦਾ ਚੰਗੀ ਤਰ੍ਹਾਂ ਦਾ ਮਾਈਂਡ ਵਾਸ਼ ਕਰਾਂਗਾ। ਮਾਈਂਡ ਵਾਸ਼ ਕਰਕੇ ਉਹਨੂੰ ਤਰੀਕੇ ਨਾਲ ਸਮਝਾਵਾਂਗਾ ਵੀ ਯੂ ਆਰ ਫਿਜ਼ੀਕਲੀ ਵੈਰੀ ਫਿਟ, ਤੁਸੀਂ ਜਿੰਨੇ ਓਨੇ ਕੁ ਫਿੱਟ ਹੋ ਜਿੰਨਾ ਕੁ ਮੈਂ ਫਿੱਟ ਹਾਂ, ਜਾਂ ਜਿੰਨਾ ਇੱਕ ਤੰਦਰੁਸਤ ਬੰਦਾ ਫਿੱਟ ਹੁੰਦਾ, ਅਤੇ ਤੈਨੂੰ ਕਿਸੇ ਤਰ੍ਹਾਂ ਦੀ ਕੋਈ ਦਵਾਈ ਦੀ ਕੋਈ ਇਲਾਜ ਦੀ ਲੋੜ ਨਹੀਂ। ਉਹਦਾ ਸਭ ਤੋਂ ਵਧੀਆ ਤਰੀਕਾ ਪਤਾ ਕੀ ਹੈ? ਮੈਂ ਉਹਨੂੰ ਕਹਿੰਦਾ ਮੇਰੇ 'ਤੇ ਤੈਨੂੰ ਯਕੀਨ ਕਰਨ ਦੀ 100% ਲੋੜ ਨਹੀਂ ਹੈਗੀ, ਤੂੰ ਆਪ ਦੀਆਂ ਰਿਪੋਰਟਾਂ ਜਾ ਕੇ ਕਰਾ, ਲੈਬੋਰਟਰੀ ਜਾ, ਆਪਣੀ ਮਰਜ਼ੀ ਦੀ ਲੈਬੋਰਟਰੀ, ਆਪਾਂ ਲੈਬੋਰਟਰੀ ਦਾ ਨਾਮ ਹੀ ਨਹੀਂ ਦੱਸਣਾ, ਆਪਣੀ ਮਰਜ਼ੀ ਦੀ ਕਿਸੇ ਵੀ ਲੈਬੋਰਟਰੀ 'ਤੇ ਜਾ, ਆਪਣੇ ਟੈਸਟ ਕਰਾ, ਉਹ ਕਿਸੇ ਵੀ ਹੋਰ ਡਾਕਟਰ ਨੂੰ ਜਾ ਕੇ ਦਿਖਾ ਲਾ। ਜੇ ਤੈਨੂੰ ਲੱਗਦਾ ਵੀ ਤੇਰੇ ਟੈਸਟ ਬਿਲਕੁਲ 100% ਓਕੇ ਵੇ, ਅਤੇ ਕੋਈ ਹੋਰ ਡਾਕਟਰ ਵੀ ਤੈਨੂੰ ਦੇਖ ਕੇ ਇਹ ਨਹੀਂ ਕਹਿ ਸਕਦਾ। ਸਭ ਤੋਂ ਵਧੀਆ ਆਪਣੀਆਂ ਰਿਪੋਰਟਾਂ ਦੇ ਵਿੱਚ ਪਾ ਦੇ, ਉਹਨੂੰ ਗੂਗਲ 'ਤੇ ਪਾ ਕੇ ਕ੍ਰੋਸ ਚੈੱਕ ਕਰ ਲਾ, ਤੈਨੂੰ ਆਪਣੇ ਆਪ ਪਤਾ ਲੱਗ ਜੂਗਾ ਵੀ ਬਿਲਕੁਲ ਠੀਕ ਹੈ। ਬਸ ਮਨ ਦੇ ਵਿੱਚੋਂ ਵਹਿਮ ਕੱਢਣ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਵੀ ਉਹਦੀਆਂ ਰਿਪੋਰਟਾਂ ਦੇ ਸਾਹਮਣੇ ਰੱਖ ਕੇ ਉਹਨੂੰ ਚੰਗੀ ਤਰ੍ਹਾਂ ਸੈਟੀਸਫਾਈ ਕਰੋ। ਇਲਾਜ ਦੀ ਗੱਲ ਕਰੀਏ ਤਾਂ ਕੀ ਸੱਚਮੁੱਚ ਇਲਾਜ ਹੋ ਜਾਂਦਾ ਹੈ, ਜਾਂ ਫਿਰ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ, ਮੈਂ ਬਹੁਤ ਸਾਰੇ ਲੋਕ ਇੱਦਾਂ ਦੇ ਵੀ ਸੁਣੇ ਨੇ, ਕਹਿੰਦੇ ਪੁੜੀਆਂ ਪੱਕੀਆਂ ਹੀ ਰੱਖੀਆਂ ਨੇ ਬੰਨ੍ਹ ਕੇ ਡੱਬੇ ਦੇ ਵਿੱਚ, ਉਹੀ ਕੱਢ ਕੇ ਬਿਮਾਰ ਨੂੰ ਵੀ ਉਹੀ ਪੁੜੀਆਂ ਦਿੰਦੇ ਨੇ, ਟਾਈਫਾਇਡ ਵਾਲੇ ਨੂੰ ਵੀ ਉਹੀ, ਅਤੇ ਮਰਦਾਨਾ ਕਮਜ਼ੋਰੀ ਵਾਲੇ ਨੂੰ ਵੀ ਉਹੀ ਪੁੜੀਆਂ ਦੇ ਦਿੰਦੇ ਨੇ। ਪੁੜੀਆਂ ਵਾਲੀ ਗੱਲ ਵੀਰ ਜੀ ਤੁਹਾਡੀ 100% ਸਹੀ ਹੈ। ਕੀ ਹੁੰਦਾ ਹੈ, ਕੁਛ ਕੁ ਸਾਲਟ ਆਉਂਦੇ ਨੇ ਇੱਦਾਂ ਦੇ, ਮੈਂ ਹੁਣ ਸਾਲਟਾਂ ਦੇ ਨਾਂ ਤਾਂ ਨਹੀਂ ਲਵਾਂਗਾ, ਬਟ ਜਿਹੜੇ ਦੇਖਣ ਵਾਲੇ ਨੇ ਬੜੇ ਸਮਝਦਾਰ, ਉਹਨਾਂ ਨੂੰ ਪਤਾ, ਅਤੇ ਜਿਹੜੇ ਇਹ ਕੰਮ ਕਰਦੇ ਨੇ ਉਹਨਾਂ ਨੂੰ ਉਸ ਤੋਂ ਜ਼ਿਆਦਾ ਪਤਾ ਜੋ ਇਹ ਕੰਮ ਕਰਦੇ ਨੇ। ਪੁੜੀਆਂ ਵਾਲੀ ਗੱਲ ਇੱਦਾਂ ਵੀ ਜਿਹੜਾ ਵੀ ਤੁਹਾਨੂੰ ਬੰਦਾ ਇੱਦਾਂ ਕਹਿੰਦਾ ਵੀ ਮੈਂ ਤੁਹਾਨੂੰ ਖੜੇ ਪੈਰ ਦਵਾਈ ਦਿੰਦਾ ਵਾਂ, ਤੁਸੀਂ ਇੱਥੇ ਦੇਖ ਲਓ ਸਾਡੇ ਕੋਲ ਕੋਈ ਦਵਾਈ, ਕੋਈ ਗੋਲੀ, ਕੋਈ ਗੱਟਾ ਨਜ਼ਰ ਆਉਂਦਾ ਪਿਆ? ਦੂਰ ਦੂਰ ਤੱਕ ਨਹੀਂ ਆਉਂਦਾ ਪਿਆ। ਉਹ ਤਾਂ ਹੀ ਨਹੀਂ ਆਉਂਦਾ ਪਿਆ ਵੀ ਸਾਡੇ ਕੋਲ ਰੈਡੀ ਮੈਡੀਸਨ ਕੋਈ ਹੁੰਦੀ ਨਹੀਂ, ਨਾ ਆਪਾਂ ਕਦੀ ਕੋਈ ਬਣਾਈ ਹੈ। ਹੁਣ ਸਾਨੂੰ ਇਹੀ ਅੰਤਰਯਾਮੀ ਤਾਂ ਹੈ ਨਹੀਂ, ਨਾ ਹੀ ਜੋਤਿਸ਼ ਵਿੱਦਿਆ ਜਾਣਦੇ ਆ, ਨਾ ਹੀ ਕੋਈ ਤਾਂਤਰਿਕ ਹੈਗੇ ਆ। ਮੇਰੀ ਗੱਲ ਸੁਣੋ, ਮੈਂ ਤੁਹਾਡੀ ਗੱਲ ਚਲੋ ਮੰਨ ਗਿਆ, ਤੁਹਾਡੇ ਕੋਲ ਦਵਾਈ ਨਹੀਂ ਹੈਗੀ, ਫਰੈਸ਼ ਦਵਾਈ ਤਿਆਰ ਕਰਕੇ ਦਿੰਦੇ ਹੋ। ਇਹ ਤੋਂ ਪਹਿਲਾਂ ਇੱਕ ਤੁਸੀਂ ਹੋਰ ਬੜਾ ਵੱਡਾ ਦਾਅਵਾ ਕੀਤਾ ਵੀ ਮੈਨੂੰ ਫੋਨ 'ਤੇ ਜਿਹੜਾ ਮਰਜ਼ੀ ਫ੍ਰੀ ਸਲਾਹ ਲੈ, ਮੈਂ ਫ੍ਰੀ ਸਲਾਹ ਦਿੰਦਾ, ਪਰ ਐਂ ਤਾਂ ਨਹੀਂ ਮੈਨੂੰ ਲੱਗਦਾ ਵੀ ਇੰਨੀ ਇਮਾਨਦਾਰੀ ਜਿਹੜੀ ਹੈ ਸ਼ਾਇਦ ਕਿਤੇ ਨਾ ਕਿਤੇ ਮੈਨੂੰ ਲੱਗਦਾ ਤੁਹਾਡੇ 'ਚ ਵੀ ਨਹੀਂ ਹੋਣੀ, ਵੀ ਬੰਦਾ ਆ ਗਿਆ ਔਰ ਉਹਨੂੰ ਜਾਣ ਦੇਵੇ ਡਾਕਟਰ ਬਿਨਾਂ ਦਵਾਈ ਦਿੱਤੇ, ਖਾਲੀ ਮੋੜ ਦੇਵੇ, ਸਿਰਫ ਗੱਲਾਂ ਨਾਲ ਸਾਰ ਦੇਵੇ। ਦੇਖੋ, ਆਹ ਗੱਲ ਹੈਗੀ ਹੈ, ਹਰ ਬੰਦਾ ਪ੍ਰੋਫੈਸ਼ਨਲੀ ਦੇਖਦਾ। ਮੈਂ ਵੀ ਉੱਦਾਂ ਦਾ ਹੀ ਹਾਂ, ਮੈਂ ਵੀ ਆਪਣੇ ਬੱਚੇ ਪਾਲਣੇ ਨੇ, ਮੇਰਾ ਵੀ ਖਰਚਾ ਹੈਗਾ, ਸਭ ਕੁਛ ਹੈਗਾ। ਮੈਂ ਇਸ ਗੱਲ ਨੂੰ ਡਿਨਾਈ ਨਹੀਂ ਕਰਦਾ ਵੀ ਮੈਂ ਲੋਕਾਂ ਦੀ ਸੇਵਾ ਕਰਨ ਬੈਠਾ, ਨਾ ਮੈਂ ਕੋਈ ਬਾਬਾ ਵਾਂ ਅਤੇ ਨਾ ਮੈਂ ਕੋਈ ਸੱਚਾ ਸੌਦਾ ਚਲਾ ਰਿਹਾ ਵਾਂ, ਵੀ ਇੱਦਾਂ ਦੀ ਗੱਲ। ਮੈਂ ਵੀ ਪ੍ਰੋਫੈਸ਼ਨਲ ਬੰਦਾ ਵਾਂ, ਮੇਰੇ ਵੀ ਖਰਚੇ ਹੈਗੇ ਨੇ, ਮੈਨੂੰ ਵੀ ਇਨਕਮ ਦੀ ਲੋੜ ਹੈ, ਇੱਦਾਂ ਦੀ ਕੋਈ ਗੱਲ ਨਹੀਂ। ਮੈਂ ਜਿਹੜੀ ਚੀਜ਼ ਹੈਗੀ ਉਹਨੂੰ ਕਿਉਂ ਡਿਨਾਈ ਕਰਾਂਗਾ ਫੈਕਟ ਨੂੰ। ਬਟ ਦਾ ਥਿੰਗ ਇਜ਼ ਦਿਸ ਕਿ ਜੇ ਤੁਸੀਂ ਇਮਾਨਦਾਰੀ ਨਾਲ, ਜੇ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰੋਗੇ ਨਾ, ਜਿਹੜੇ ਬੰਦੇ ਨੂੰ ਮੈਂ ਕਾਉਂਸਲਿੰਗ ਰਾਹੀਂ ਠੀਕ ਕੀਤਾ, ਉਹਨੇ ਮੈਨੂੰ ਘੱਟੋ ਘੱਟ 10 ਪੇਸ਼ੈਂਟ ਦੇਣੇ ਨੇ ਜਿਹੜੇ ਮੇਰੇ ਕੋਲ ਦਵਾਈ ਲੈ ਕੇ ਜਾਣਗੇ। ਠੀਕ ਹੈ, ਆਪਾਂ ਇੱਕ ਬੰਦਾ ਬਖਸ਼ਿਆ, ਉਹਦੇ ਕੋਲ ਕਮਾਈ ਨਹੀਂ ਕੀਤੀ, ਇਮਾਨਦਾਰੀ ਦਿਖਾਈ ਆਪਣੀ, ਉਹਨੇ ਗਾਂ ਤੁਹਾਡਾ ਇੰਨਾ ਪ੍ਰਚਾਰ ਕਰਨਾ। ਮੇਰਾ ਜਿਹੜਾ ਕੰਮ ਹੈ
100% ਮਾਊਥ ਪਬਲਿਸਿਟੀ ਦੇ ਸਿਰ ਤੇ ਚੱਲਦਾ ਪਿਆ। ਮੈਨੂੰ ਤੁਹਾਡੀ ਇੰਟਰਵਿਊ ਦੇ ਉੱਤੇ ਇੱਕ ਵੀ ਗਾਹਕ ਨਾ ਮਿਲੇਗਾ ਤੇ ਮੇਰੇ ਕੋਲ ਸ਼ਾਮ ਤੱਕ 10 ਗਾਹਕ ਹੋਰ ਆ ਜਿਹੜੇ ਨੇ ਆਪਣੇ ਆਪ, ਕਿਉਂਕਿ ਮੇਰੀ ਇਮਾਨਦਾਰੀ ਕਰਕੇ। ਇਹੀ ਚੀਜ਼ ਕਮਾਈ ਹੈ। ਇਹੀ ਮੇਰੇ ਫਾਦਰ ਨੇ ਮੈਨੂੰ ਸਮਝਾਇਆ ਸੀ ਵੀ ਕਾਕਾ ਜੇ ਇਮਾਨਦਾਰੀ ਦਿਖਾਏਂਗਾ ਨਾ ਤੈਨੂੰ ਕਦੀ ਕੰਮ ਦੀ ਕਮੀ ਨਹੀਂ ਆਊਗੀ। ਸੋ ਹੋ ਰਿਹਾ ਮੇਰੇ ਨਾਲ ਅੱਜ ਦੀ ਡੇਟ 'ਚ। ਮੈਂ ਰਾਤੀ 2 ਵਜੇ ਤੱਕ 3 ਵਜੇ ਤੱਕ ਜਾ ਕੇ ਕੰਮ ਕਰਦਾ ਵਾਂ। ਤੇ ਉਹ ਕੰਮ ਕਰਦਾ ਕਿਉਂ ਆ ਵੀ ਦਿਨੇ ਦਿਨੇ ਮੈਨੂੰ ਆਹ ਹੁੰਦਾ ਵੀ ਮੈਂ ਜਿਹੜਾ ਸਮਾਨ ਹੈ ਰॉ ਮਟੀਰੀਅਲ ਇਕੱਠਾ ਕਰਨਾ ਹੁੰਦਾ, ਰਾਤੀ ਮੈਂ ਜਾ ਕੇ ਕੰਮ ਕਰਨਾ ਹੁੰਦਾ, ਸਵੇਰੇ ਮੈਂ ਫਿਰ ਆ ਕੇ ਇੱਥੇ ਕੰਮ ਕਰਨਾ ਹੁੰਦਾ। ਦੈਟਸ ਵਾਈ ਮਤਲਬ ਸਾਨੂੰ ਕੰਮ ਦੀ ਕਮੀ ਤਾਂ ਨਹੀਂ ਕਦੀ ਆਈ ਕਿਉਂਕਿ ਆਪਾਂ ਇਮਾਨਦਾਰੀ ਵਰਤੀ ਦੀ ਹੈ। ਕੁਛ ਹੱਦ ਤੱਕ ਜਿੱਦਾਂ ਹੁੰਦਾ ਵੀ ਅਗਲੇ ਨੂੰ ਗਾਈਡ ਕਰ ਦੋਗੇ ਨਾ ਤੇ ਤੁਹਾਡੀ ਉਹ ਆਪਣੇ ਆਪ ਅਗਲਾ ਪਬਲਿਸਿਟੀ ਕਰਦਾ ਫਿਰਦਾ। ਅੱਛਾ, ਤੁਸੀਂ ਆਯੁਰਵੈਦ ਦੀ ਗੱਲ ਕਰਦੇ ਹੋ, ਆਯੁਰਵੈਦ ਨੂੰ ਹੀ ਪ੍ਰਮੋਟ ਕਰਦੇ ਹੋ ਕਿਉਂਕਿ ਤੁਹਾਡਾ ਕਿੱਤਾ ਹੈ ਨਾ, ਤੁਹਾਡਾ ਪ੍ਰੋਫੈਸ਼ਨ ਹੈ। ਪਰ ਤੁਹਾਡੀਆਂ ਗੱਲਾਂ ਦੇ ਵਿੱਚ ਮੈਨੂੰ ਕਿਤੇ ਨਾ ਕਿਤੇ ਐਂ ਲੱਗਦਾ ਵੀ ਤੁਸੀਂ ਜਿਹੜੀਆਂ ਐਲੋਪੈਥੀ ਦਵਾਈਆਂ ਹੁੰਦੀਆਂ ਨੇ, ਉਹ ਦੂਸਰੀਆਂ ਦਵਾਈਆਂ ਹੋਰ ਕਹਿ ਲਈਏ, ਉਹਨਾਂ ਨੂੰ ਕਿਤੇ ਨਾ ਕਿਤੇ ਥੱਲੇ ਉਹਨਾਂ ਦਾ ਮਿਆਰ ਥੱਲੇ ਸੁੱਟਣ ਦੀ ਕੋਸ਼ਿਸ਼ ਕਰਦੇ ਹੋ, ਸਿਰਫ ਮੈਨੂੰ ਲੱਗਦਾ ਆਪਣੀ ਦੁਕਾਨਦਾਰੀ ਚਲਾਉਣ ਦੇ ਲਈ। ਦੇਖੋ ਜੀ, ਹਰ ਬੰਦਾ ਉਸ ਚੀਜ਼ ਨੂੰ ਨਿੰਦਦਾ ਜਿਹੜੀ ਉਹਦੇ ਕੋਲ ਨਹੀਂ ਹੁੰਦੀ। ਸੁਭਾਅ ਇਹ ਲੋਕਾਂ ਦਾ, ਠੀਕ ਹੈ, ਵੀ ਜਿਹੜੀ ਚੀਜ਼ ਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ ਉਹਨੂੰ ਕਹਿਣਾ ਸੋਨਾ ਤੇ ਦੂਜੇ ਨੂੰ ਕਹਿਣਾ ਮਿੱਟੀ ਹੈ। ਇੱਦਾਂ ਦਾ ਕੁਝ ਨਹੀਂ ਹੈਗਾ। ਐਲੋਪੈਥੀ ਬਹੁਤ ਵਧੀਆ ਹੈਗੀ ਹੈ। ਉਹ ਹੈਗੀ ਹੈ ਸ਼ਾਰਟ ਟਰਮ ਲਈ, ਜਿਹੜਾ ਬੰਦਾ ਤੜਫਦਾ ਪਿਆ, ਇਲਾਜ ਦੀ ਜਿਹਨੂੰ ਬਹੁਤ ਲੋੜ ਹੈ। ਮੰਨ ਲਓ ਕਿਸੇ ਦਾ ਐਕਸੀਡੈਂਟ ਹੋ ਗਿਆ, ਹੁਣ ਉੱਥੇ ਆਯੁਰਵੇਦ ਕੀ ਕਰ ਲੂਗਾ? ਕੁਝ ਨਹੀਂ ਕਰ ਸਕਦਾ। ਉਹਨੇ ਹਸਪੀਟਲ ਹੀ ਜਾਣਾ। ਹੁਣ ਡਾਕਟਰ ਨੇ ਉਹਦੀ ਸਰਜਰੀ ਕਰਨੀ ਹੈ ਤਾਂ ਹੀ ਉਹਦੀ ਲੱਤ ਜੁੜਨੀ ਹੈ। ਅਸੀਂ ਉਹਨੂੰ ਮਾੜਾ ਨਹੀਂ ਕਹਿੰਦੇ ਪਏ, ਨਿੰਦਦੇ ਨਹੀਂ ਪਏ। ਉਹ ਕਈਆਂ ਕੰਮਾਂ ਦੇ ਵਿੱਚ ਆਯੁਰਵੇਦ ਦੇ ਨਾਲੋਂ ਬਹੁਤ ਜ਼ਿਆਦਾ ਕਾਰਗਰ ਹੈ ਇੰਸਟੈਂਟ ਰਿਲੀਫ ਲਈ। ਇੰਸਟੈਂਟ ਰਿਲੀਫ ਲਈ ਜਿਹੜੀ ਐਲੋਪੈਥੀ ਹੈ ਬਹੁਤ ਵਧੀਆ। ਮੈਂ ਕਦੀ ਉਹਨੂੰ ਮਾੜਾ ਨਹੀਂ ਕਹਿੰਦਾ। ਮੈਂ ਕਹਿੰਦਾ ਵਾਂ ਵੀ ਜਿਹੜਾ ਵੀ ਇਲਾਜ ਐਲੋਪੈਥੀ 'ਚ ਹੋ ਸਕਦਾ ਉਹ ਐਲੋਪੈਥੀ 'ਚ ਹੀ ਹੋ ਸਕਦਾ। ਹੁਣ ਮੰਨ ਲਓ ਵੀ ਕਿਸੇ ਬੰਦੇ ਨੂੰ ਹਾਰਟ ਦੀ ਸਰਜਰੀ ਦੀ ਲੋੜ ਹੈ, ਉਹਨੂੰ ਮੈਂ ਕੀ ਕਹਿ ਲਾਂਗਾ? ਉਹਨੂੰ ਜਿੰਨੀ ਦੇਰ ਸਾਡੀ ਆਯੁਰਵੈਦਿਕ ਚੱਲਣੀ ਵੀ ਨਹੀਂ ਉਨੀ ਦੇਰ ਨੂੰ ਉਹਦਾ ਵਿਚਾਰੇ ਦੀ ਜਾਨ ਨਿਕਲ ਜਾਣੀ ਹੈ। ਤੇ ਇਸ ਲਈ ਹਰ ਇੱਕ ਪੈਥੀ ਦੀ ਆਪਣੀ ਆਪਣੀ ਐਡਵਾਂਟੇਜ ਤੇ ਡਿਸਐਡਵਾਂਟੇਜ ਨੇ। ਪਰ ਮੈਂ ਇਹ ਜਿਹੜਾ ਅੱਜ ਦਾ ਵਿਸ਼ੇ ਸਾਡਾ ਇਹਦੇ ਬਾਰੇ ਗੱਲ ਕਰ ਰਿਹਾ ਵਾਂ, ਇਹਦੇ ਵਿੱਚ ਉਹ ਜਿਹੜਾ ਕਾਰਗਰ ਨਹੀਂ ਹੈਗਾ। ਸਿਰਫ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਉਹਨੂੰ ਨਿੰਦ ਰਿਹਾ ਵਾਂ ਜਾਂ ਕਹਿ ਰਿਹਾ ਵਾਂ ਵੀ ਆਯੁਰਵੇਦ ਉਹ ਤੋਂ ਬਹੁਤ ਉੱਤੇ ਵੇ। ਕਈ ਤੁਹਾਡੇ ਕਹਿਣ ਦਾ ਮਤਲਬ ਵੀ ਸਿਰਫ ਇਹਦਾ ਇਲਾਜ ਜੇ ਵਧੀਆ ਕਰਾਉਣਾ ਤਾਂ ਆਯੁਰਵੇਦ ਹੀ ਇੱਕ ਸਹੀ ਤਰੀਕਾ ਹੈ, ਨਾ ਹੋਮਿਓਪੈਥੀ ਕੰਮ ਕਰਦੀ ਹੈ ਔਰ ਨਾ ਐਲੋਪੈਥੀ ਸਹੀ ਤਰੀਕੇ ਨਾਲ ਕੰਮ ਕਰਦੀ ਹੈ। ਇਹੀ ਕਹਿਣਾ ਚਾਹੁੰਦੇ? ਬਿਲਕੁਲ ਜੀ, ਬਿਲਕੁਲ। ਮੈਂ ਤੁਹਾਨੂੰ ਇਹ ਕਹਿਣਾ ਪਿਆ ਵਾਂ ਵੀ ਹੁਣ ਮੰਨ ਲਓ ਜਿੱਦਾਂ ਸਪਰਮ ਕਾਊਂਟ ਹੈ, ਆਪਾਂ ਉਹਦੀ ਐਗਜ਼ਾਮਪਲ ਲੈ ਲੈਂਦੇ ਹਾਂ। ਅੱਜ ਦਾ ਸਾਡਾ ਟੌਪਿਕ ਚੱਲ ਰਿਹਾ ਗ੍ਰਸਥ ਕਮਜ਼ੋਰੀ ਦਾ। ਜੇ ਆਪਾਂ ਗ੍ਰਸਥ ਕਮਜ਼ੋਰੀ ਦੀ ਪਰਟੀਕੂਲਰ ਗੱਲ ਕਰੀਏ ਇਸ ਰੋਗ ਬਾਰੇ, ਇਹਦੇ ਵਿੱਚ ਜਿੰਨੀ ਆਯੁਰਵੇਦ ਜ਼ਿਆਦਾ ਕਾਮਯਾਬ ਹੈ ਇੰਨੀ ਨਾ ਐਲੋਪੈਥੀ ਹੈ ਨਾ ਇਹ 'ਚ ਹੋਮੋਪੈਥੀ ਹੈ। ਬੈਸਟ ਵੇ ਇਹੀ ਹੈ ਕਿ ਜਿਹੜਾ ਤੁਹਾਨੂੰ ਰੋਗ ਹੈ ਉਹਦੇ ਅਕੋਰਡਿੰਗ ਦੇਖਿਆ ਜਾਏ ਵੀ ਮੈਨੂੰ ਕਿਹੜੀ ਚੀਜ਼ ਵਧੀਆ ਜਾਂਦੀ। ਮੈਂ ਤੇ ਇਹ ਚੀਜ਼ ਮੈਂ ਤਾਂ ਸੁਜੈਸ਼ਨ ਦੇ ਰਿਹਾ ਆਪਣੇ ਵੱਲੋਂ। ਮੈਂ ਕੋਈ ਜੱਜ ਨਹੀਂ ਹੈਗਾ ਵੀ ਜਿਹੜਾ ਮੈਂ ਤੁਹਾਨੂੰ ਫੈਸਲਾ ਸੁਣਾ ਦਿੱਤਾ। ਗਾਂ ਮੇਰੀ ਗੱਲ ਮੰਨਣੀ ਸੁਣਨੀ ਉਹ ਤਾਂ ਤੁਸੀਂ ਬੈਟਰ ਜੱਜ ਹੋ, ਤੁਸੀਂ ਡਿਸਾਈਡ ਕਰਨਾ ਵੀ ਕੀ ਕਰਨਾ ਚਾਹੁੰਦੇ ਹੋ। ਬਹੁਤ ਸਾਰੀਆਂ ਵੈਜੀ ਡਾਕਟਰ ਸਾਹਿਬ, ਬਹੁਤ ਸਾਰੀ ਐਡਵਾਂਸ ਟੈਕਨੋਲੋਜੀ ਆ ਗਈ ਹੈ, ਹਰ ਚੀਜ਼ ਦਾ ਸਾਇੰਸ ਨੇ ਹੱਲ ਲੱਭ ਲਿਆ। ਫਿਰ ਲੋਕ ਕਿਉਂ ਯਕੀਨ ਕਰਨ? ਤੁਹਾਡੇ ਵੱਲ ਕਿਉਂ ਆਉਣ? ਪਿਛੇ 100 ਸਾਲ ਪਹਿਲਾਂ ਵਾਲੀ ਉਸ ਟੈਕਨੀਕ 'ਚ ਕਿਉਂ ਫਸਣ ਲੋਕ? ਦੇਖੋ ਜੀ, ਫਸਣ ਵਾਲੀ ਗੱਲ ਤਾਂ ਤੁਹਾਡੀ ਬਿਲਕੁਲ ਵਾਜਬ ਹੈ ਵੀ ਜਿਹੜੀ ਗੱਲ 100 ਸਾਲ ਪੁਰਾਣੀ ਉਹਦੇ ਪਿੱਛੇ ਕਿਉਂ। ਪਰ ਸਵਾਲ ਇੱਥੇ ਇਹ ਨਹੀਂ ਹੈਗਾ ਵੀ ਚੀਜ਼ ਪੁਰਾਣੀ ਹੈ ਕਿ ਨਵੀਂ ਹੈ। ਸਵਾਲ ਇੱਥੇ ਇਹ ਹੈਗਾ ਵੀ ਮੈਂ ਪਰਫੈਕਟ ਕਿੱਦਾਂ ਹੋ ਸਕਦਾ ਵਾਂ। ਹੁਣ ਸਾਡੇ ਜਿਹੜੇ ਰਾਜੇ ਮਹਾਰਾਜੇ ਸੀਗੇ ਆਪਣੇ ਟਾਈਮ ਦੇ ਵਿੱਚ, ਉਹ 100 150 ਸਾਲ ਦੇ ਹੋ ਕੇ ਮਰਦੇ ਸੀਗੇ। ਉਹ ਤੁਹਾਨੂੰ ਵੀ ਪਤਾ, ਮੈਂ ਕੋਈ ਝੂਠ ਨਹੀਂ ਬੋਲਦਾ ਪਿਆ, ਸਾਇੰਸ ਗਵਾਹ ਇਸ ਚੀਜ਼ ਦੀ। ਤਾਂ ਥਿੰਗ ਇਜ਼ ਦਿਸ ਕਿ ਆਪਾਂ ਜੇ ਇੱਕ ਚੀਜ਼ ਨੂੰ, ਸਾਡੇ ਕੋਲ ਇੱਕ ਚੀਜ਼ ਹੈਗੀ ਹੈ ਜਿਹੜੀ ਪੂਰੇ ਵਰਲਡ ਕੋਲ ਨਹੀਂ ਹੈਗੀ, ਸਿਰਫ ਹਿੰਦੁਸਤਾਨ ਦੇ ਕੋਲ ਹੈਗੀ ਹੈ। ਪ੍ਰਾਚੀਨ ਇੱਕ ਕਲਾ ਹੈਗੀ ਸਾਡੇ ਕੋਲ ਐਡੀ ਵਧੀਆ, ਆਪਾਂ ਉਹਨੂੰ ਯੂਜ਼ ਕਿਉਂ ਨਾ ਕਰੀਏ? ਉਹ ਵੀ ਆਪਣੇ ਫਾਇਦੇ 'ਚ। ਜਿਹੜੀ ਚੀਜ਼ ਆਪਾਂ ਨੂੰ ਸਾਰੀ ਉਮਰ ਲਈ ਪਰਫੈਕਟ ਕਰ ਦੇਗੀ, ਆਪਾਂ ਉਹਨੂੰ ਛੱਡ ਕੇ ਇੱਕ ਸਾਇੰਸ ਨੂੰ ਦੇਖ ਕੇ, ਇੱਕ ਟੈਕਨੋਲੋਜੀ ਨੂੰ ਦੇਖ ਕੇ, ਠੀਕ ਹੈ, ਕੁਛ ਇੱਕ ਅਵੇਅਰਡ ਬੰਦੇ ਹੁੰਦੇ ਨੇ ਜਿਹੜੇ ਲੋੜ ਤੋਂ ਵੱਧ ਅਵੇਅਰਡ ਹੁੰਦੇ ਨੇ, ਜਿਨ੍ਹਾਂ ਨੇ ਉਸ ਚੀਜ਼ ਦੇ ਵਿੱਚ ਜਾਣਾ ਹੀ ਪਸੰਦ ਨਹੀਂ ਕਰਦੇ। ਉਹ ਫਰੀ ਟੂ ਚੂਜ਼, ਉਹਨਾਂ ਨੂੰ ਕੋਈ ਵੀ ਚੀਜ਼ ਉੱਦਾਂ ਦਾ ਮਰਜ਼ੀ ਹੈ। ਮੈਂ ਇਹ ਨਹੀਂ ਕਹਿੰਦਾ ਵੀ ਉਹ ਜ਼ਰੂਰ ਮੇਰੇ ਕੋਲ ਆਉਣ। ਜਿਨ੍ਹਾਂ ਨੂੰ ਪਸੰਦ ਹੈ, ਜਿਹੜਾ ਆਯੁਰਵੇਦ ਦੇ ਉੱਤੇ ਯਕੀਨ ਰੱਖਦਾ, ਜਿਹਨੂੰ ਟਰਸਟ ਹੈਗਾ, ਉਹ ਜ਼ਰੂਰ ਇਲਾਜ ਕਰਾਏ। ਜਿਹਨੂੰ ਨਹੀਂ ਹੈਗਾ ਭਾਈ, ਉਹ ਜਿੱਥੇ ਮਰਜ਼ੀ ਜਾਏ, ਅਗਲੇ ਕੋਲ ਖੁੱਲ੍ਹੀ ਚੁਆਇਸ ਹੈ। ਡਾਕਟਰ ਸਾਹਿਬ, ਕਮਜ਼ੋਰੀ ਦੀ ਗੱਲ ਕਰ ਰਹੇ ਸੀ ਆਪਾਂ। ਇਹ ਕਮਜ਼ੋਰੀ ਦੀਆਂ ਕਿਸਮਾਂ ਵੀ ਹੁੰਦੀਆਂ ਨੇ, ਜਾਂ ਜੇ ਕਿਸਮਾਂ ਹੁੰਦੀਆਂ ਨੇ ਤਾਂ ਕਿੰਨੀਆਂ ਪ੍ਰਕਾਰ ਦੀਆਂ ਕਿਸਮਾਂ ਹੁੰਦੀਆਂ ਨੇ? ਦੇਖੋ ਜੀ, ਇੱਕ ਜੇ ਆਪਾਂ ਅਨਅਵੇਅਰਡ ਬੰਦੇ ਦੀ ਗੱਲ ਕਰੀਏ, ਜਿਹਨੂੰ ਇਸ ਬਾਰੇ ਨਹੀਂ ਪਤਾ, ਠੀਕ ਹੈ, ਇਹਦੇ ਵਿੱਚ 2 ਤਰ੍ਹਾਂ ਦੇ ਬੰਦੇ ਆ ਗਏ। ਇੱਕ ਤੇ ਇਲਾਜ ਕਰਨ ਵਾਲੇ ਤੇ ਇੱਕ ਆ ਗਏ ਕਰਾਉਣ ਵਾਲੇ। ਇਹ ਹੁਣ ਮੈਂ ਅਵੇਅਰਨੈਸ ਜੇ ਸਪਰੈਡ ਕਰਨੀ ਇੱਥੇ ਬਹਿ ਕੇ ਤੁਹਾਡੇ ਚੈਨਲ ਥਰੂ, ਤੇ ਮੈਂ ਇੱਕ ਗੱਲ ਦੱਸ ਦਿੰਦਾ ਦੇਖਣ ਵਾਲਿਆਂ ਨੂੰ ਵੀ ਜਿਹੜਾ ਵੀ ਬੰਦਾ, ਮੈਂ ਉਹਨਾਂ ਦੀ ਗੱਲ ਤੁਹਾਨੂੰ ਸਮਝਾ ਰਿਹਾ ਵਾਂ ਵੀ ਜਿਹਨੇ ਇਲਾਜ ਕਰਾਉਣਾ, ਤੇ ਜਿਹੜਾ ਤੁਸੀਂ ਇਲਾਜ ਕਰਾਉਣ ਵਾਲਾ ਬੰਦਾ ਚੂਜ਼ ਕਰਨਾ, ਉਹਦਾ ਇੱਕ ਬੜਾ ਵਧੀਆ ਟੈਸਟ ਕਰਨ ਦਾ ਤਰੀਕਾ ਹੈਗਾ ਵੀ ਜਿਹੜਾ ਫੋਨ ਚੁੱਕਦਿਆਂ ਸਾਰ ਤੁਹਾਡੇ ਕੋਲ ਪੈਸੇ ਮੰਗ ਲਏ ਨਾ, ਤੁਹਾਡੀ ਬਿਮਾਰੀ ਸੁਣਨ 'ਚ ਕੋਈ ਇੰਟਰਸਟ ਨਾ ਲਏ, ਸਮਝੋ ਉਹਨੇ ਤੁਹਾਡੇ ਪੈਸੇ ਲੈਣ ਤੋਂ ਬਾਅਦ ਵੀ ਤੁਹਾਡੀ ਗੱਲ ਨਹੀਂ ਸੁਣਨੀ, ਕਿਉਂਕਿ ਉਹ ਬੰਦਾ ਹੈ ਹੀ ਗਧਾ, ਇੱਕ ਨੰਬਰ ਦਾ ਖੋਤਾ ਵੀ। ਉਹਨੂੰ
ਆਪ ਨੂੰ ਨਹੀਂ ਪਤਾ ਬਿਮਾਰੀ ਬਾਰੇ। ਉਹਨੇ ਸਿਰਫ ਤੁਹਾਡੇ ਪੈਸੇ ਲੈ ਕੇ ਤੇ ਆਪਣੇ ਗੱਲੇ 'ਚ ਪਾ ਲੈਣੇ ਨੇ। ਉਹੀ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਸੀ ਵੀ ਪੁੜੀਆਂ ਜਿਹੜੀਆਂ ਬੰਨੀਆਂ ਹੋਈਆਂ ਉਹ ਤੁਹਾਨੂੰ ਭੇਜ ਦੇਣੀਆਂ। ਦੇਖੋ ਆਪਣਾ ਸਮਾਂ ਤੇ ਪੈਸਾ, ਮੈਂ ਕਹਿੰਦਾ ਵਾਂ ਵੀ ਪੈਸੇ ਨਾਲੋਂ ਵੀ ਵੱਡਾ ਤੁਹਾਡਾ ਸਮਾਂ ਆ, ਠੀਕ ਹੈ, ਜਿਹੜਾ ਸਮਾਂ ਤੁਹਾਡਾ ਖਰਾਬ ਕਰ ਦੇਣਾ। ਦੂਜੇ ਨੰਬਰ 'ਤੇ ਜਿਹੜੀ ਸਭ ਤੋਂ ਵੱਡਾ ਤੁਹਾਡਾ ਨੁਕਸਾਨ ਹੈ ਤੁਹਾਡੇ ਪੈਸਿਆਂ ਨਾਲ, ਇੱਕ ਤਾਂ ਤੁਹਾਡੇ ਕੋਲੋਂ ਪੈਸੇ ਗਏ, ਇੱਕ ਜਿਹੜੀ ਉਹਨੇ ਤੁਹਾਨੂੰ ਚੀਜ਼ ਭੇਜਣੀ ਹੈ ਉਹਦੇ ਨਾਲ ਤੁਹਾਨੂੰ ਕੋਈ ਨਾ ਕੋਈ ਸਾਈਡ ਇਫੈਕਟ ਵੀ ਜ਼ਰੂਰ ਹੋਣਾ। ਦੇਖੋ ਕਿੰਨੇ ਤੁਹਾਡੇ ਨੁਕਸਾਨ ਨੇ। ਸਿਰਫ ਇੱਕ ਤੁਸੀਂ ਆਪਣਾ ਦਿਮਾਗ ਦੀ ਸਹੀ ਸਮਝ ਨੂੰ ਆਪਣੀ ਨੂੰ ਇਸਤੇਮਾਲ ਕਰਕੇ, ਸਹੀ ਆਪਣਾ ਦਿਮਾਗ ਯੂਟੀਲਾਈਜ਼ ਕਰਕੇ ਕਿੰਨੇ ਨੁਕਸਾਨ ਹੋਣ ਤੋਂ ਬਚ ਜਾਓਗੇ। ਦੂਜੀ ਗੱਲ ਜਿਹੜੀ ਇਲਾਜ ਕਰਾਉਣ ਵਾਲੇ ਦੀ, ਉਹਦੇ ਲਈ ਮੈਂ ਤੁਹਾਨੂੰ ਇੱਕ ਬੜੀ ਸ਼ਾਰਟ ਜੀ ਗੱਲ ਦੱਸਣ ਲੱਗਾ ਵਾਂ ਵੀ ਜਦੋਂ ਵੀ ਤੁਸੀਂ ਆਪਦੀ ਪ੍ਰੋਬਲਮ ਦੱਸਣੀ ਹੈ, ਅਖੀਰ 'ਚ ਤੁਸੀਂ ਜਿਹੜਾ ਵੀ ਫਿਜ਼ੀਸ਼ੀਅਨ ਹੈ ਜਿਹਦੇ ਕੋਲ ਵੀ ਤੁਸੀਂ ਇਲਾਜ ਕਰਾ ਰਹੇ ਹੋ ਉਹਦੇ ਕੋਲੋਂ ਇਹ ਪੁੱਛਣਾ ਤੁਹਾਡਾ ਰਾਈਟ ਹੈ ਵੀ ਤੁਹਾਨੂੰ ਮੇਰੀ ਪ੍ਰੋਬਲਮ ਦਾ ਕੀ ਸਮਝ ਆਈ ਹੈ। ਜੇ ਉਹਨੇ ਤੁਹਾਨੂੰ ਜੋ ਵੀ ਦੱਸਿਆ ਵੀ ਮੈਨੂੰ ਇਹ ਸਮਝ ਆਈ ਹੈ, ਮੈਂ ਤੁਹਾਡਾ ਡਾਇਗਨੋਸ ਕਰਕੇ ਇਹ ਚੀਜ਼ ਪਾਈ ਹੈ ਵੀ ਅੱਗੋਂ ਉਹਦੇ ਕੋਲ ਸਾਰੀ ਡਿਟੇਲ ਪੁੱਛਣੀ ਵੀ ਕਿਹੜੀ ਕਿਹੜੀ ਦਵਾਈ ਦੇਣੀ ਹੈ, ਕੀ ਕੀ ਉਹਦਾ ਕੰਮ ਹੋਏਗਾ ਮੇਰੀ ਬੋਡੀ ਦੇ ਵਿੱਚ। ਜੇ ਉਹ ਚੀਜ਼ ਦੱਸਣ ਦੇ ਨਾਲ ਤੁਹਾਡੀਆਂ ਜੋ ਵੀ ਤੁਹਾਡੀਆਂ ਪ੍ਰੋਬਲਮਸ ਨੇ, ਤੁਹਾਡੇ ਜਿਹੜੇ ਸਿੰਪਟਮਸ ਨੇ ਉਹ ਮੈਚ ਨਹੀਂ ਕਰ ਰਹੇ। ਮੰਨ ਲਓ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਮੈਂ ਸਮਝਾ ਦਿੰਦਾ ਵਾਂ ਵੀ ਮੰਨ ਲਓ ਜੇ ਤੁਹਾਨੂੰ ਗਰਮੀ ਹੈ, ਤੁਹਾਡਾ ਪਿਸ਼ਾਬ ਲੱਗ ਕੇ ਆ ਰਿਹਾ, ਤੁਹਾਨੂੰ ਯੈਲੋ ਕਲਰ ਦਾ ਪਿਸ਼ਾਬ ਆ ਰਿਹਾ, ਤੁਸੀਂ ਉਹਨੂੰ ਪੁੱਛਣਾ ਵੀ ਤੁਸੀਂ ਕਿਸ ਤਸੀਰ ਦੀ ਦਵਾਈ ਮੈਨੂੰ ਭੇਜ ਰਹੇ ਹੋ, ਤੁਸੀਂ ਕੀ ਚੀਜ਼ ਉਹਦੇ ਨਾਲ ਪਿਸ਼ਾਬ ਨਾਲ ਕਿੱਦਾਂ ਠੀਕ ਕਰੋਗੇ, ਠੀਕ ਹੈ। ਜੇ ਤੇ ਉਹਨੇ ਕਿਹਾ ਵੀ ਤੈਨੂੰ ਗਰਮੀ ਦੀ ਪ੍ਰੋਬਲਮ ਹੈ, ਐਕਸੈਸ ਗਰਮੀ ਦੀ ਦਵਾਈ ਦੇ ਰਿਹਾ ਵਾਂ, ਜਾਂ ਤੇਰਾ ਪਿਸ਼ਾਬ ਨਾਰਮਲ ਆਉਣਾ ਸ਼ੁਰੂ ਹੋ ਜਾਏਗਾ, ਜਾਂ ਤੇਰੀ ਗਰਮੀ ਦੀ ਪ੍ਰੋਬਲਮ ਹੱਲ ਹੋ ਜਾਏਗੀ। ਜੇ ਉਹਨੇ ਨਾਲ ਲਿਆ ਨਾ ਕੇਸਰ ਕਸਤੂਰੀ ਦਾ, ਸਵਰਨ ਭਸਮ ਦਾ, ਜਿਹੜੇ ਤੋਤੇ ਨੇ ਨਾ, ਤੋਤੇ ਜਿਨ੍ਹਾਂ ਨੂੰ ਆਂਦਾ ਨਹੀਂ ਕੰਮ, ਜਿਹਨੂੰ ਪਤਾ ਨਹੀਂ ਕੁਛ ਵੀ, ਉਹਨੇ ਤੁਹਾਨੂੰ ਇੱਕੋ ਗੱਲ ਕਹਿਣੀ ਹੈ ਕੇਸਰ ਕਸਤੂਰੀ ਤੇ ਸੋਨਾ ਭਸਮ। ਸੋਨਾ ਭਸਮ, ਕੇਸਰ ਕਸਤੂਰੀ ਸਿਰਫ ਉਹਨਾਂ ਦੇ ਵਿੱਚ ਯੂਜ਼ ਹੁੰਦਾ ਜਿਹੜੇ ਬਿਲਕੁਲ ਠੰਡੇਪਨ ਦੇ ਸ਼ਿਕਾਰ ਹੁੰਦੇ ਨੇ, ਜਿਨ੍ਹਾਂ ਦੇ ਅੰਦਰ ਸਪਰਮ ਬਣਨਾ ਬੰਦ ਹੋ ਜਾਂਦਾ, ਜਾਂ ਜਿਹੜੇ ਆਪਾਂ ਕਹਿ ਲਈਦਾ ਵੀ ਪੰਜਾਬੀ ਦੇ ਵਿੱਚ ਵੀ ਬੰਦਾ ਨਾਮਰਦ ਹੋ ਗਿਆ, ਜਿਹਨੂੰ ਪਿਸ਼ਾਬ ਲੱਗ ਕੇ ਆਂਦਾ। ਜੇ ਉਹਦੇ ਵਿੱਚ ਤੁਹਾਨੂੰ ਕਹਿ ਦਿੱਤਾ ਨਾ ਉਹਨੇ ਕੇਸਰ ਕਸਤੂਰੀ ਮੈਂ ਯੂਜ਼ ਕਰ ਰਿਹਾ, ਉਹਨੂੰ ਬੰਦੇ ਨੂੰ ਕੰਮ ਨਹੀਂ ਆਂਦਾ, ਉਹਦੇ ਕੋਲ ਬਿਲਕੁਲ ਵੀ ਇਲਾਜ ਨਾ ਕਰਾਇਓ, ਉਹ ਤੁਹਾਡਾ ਨੁਕਸਾਨ ਕਰੇਗਾ। ਕੇਸਰ ਕਸਤੂਰੀ ਤੁਹਾਨੂੰ ਨਾ ਵੀ ਭੇਜੇਗਾ, ਕੋਈ ਨਾ ਕੋਈ ਬਾਜ਼ਾਰੋਂ ਲੈ ਕੇ ਗਰਮ ਦਵਾਈ ਜ਼ਰੂਰ ਭੇਜ ਦੇਗਾ, ਤੁਹਾਡਾ ਰਹਿੰਦਾ ਖੂੰਦਾ ਵੀ ਭੱਠਾ ਪਾ ਦੇਗਾ। ਸੋ ਡਾਇਗਨੋਜ਼ ਕਰਨ ਲਈ ਤੁਹਾਡੇ ਕੋਲ ਇੱਕ ਰਾਈਟ ਹੈਗਾ ਵੀ ਤੁਸੀਂ ਕਿਸੇ ਵੀ ਫਿਜ਼ੀਸ਼ੀਅਨ ਨੂੰ ਜਿਹਦੇ ਕੋਲ ਵੀ ਇਲਾਜ ਕਰਾ ਰਹੇ ਹੋ ਉਹਨੂੰ ਪੁੱਛੋ ਵੀ ਕਿੱਦਾਂ ਦਾ ਟਰੀਟਮੈਂਟ ਮੈਨੂੰ ਕਰਕੇ ਦਿਓਗੇ ਤੇ ਮੇਰਾ ਰੋਗ ਕੀ ਹੈ। ਸਾਡਾ ਜਿਹੜਾ ਸਿਸਟਮ ਹੈਗਾ, ਮੈਂ ਤੁਹਾਨੂੰ ਆਪ ਦਾ ਦੱਸ ਦਿੰਦਾ ਵਾਂ, ਅਸੀਂ ਕਿਸੇ ਵੀ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਕਾਲ ਕਰਦਾ ਤੇ ਮੈਂ ਉਹਨੂੰ ਇਹ ਪੁੱਛਦਾ ਵਾਂ ਵੀ ਵੀਰ ਜੀ ਤੁਹਾਡੇ ਕੋਲ 15-20 ਮਿੰਟ ਦਾ ਟਾਈਮ ਹੈਗਾ। ਉਹ ਕਹਿੰਦੇ ਜੀ ਹਾਂਜੀ ਹੈਗਾ। ਕਹਿੰਦੇ ਤੁਸੀਂ ਪਹਿਲੇ ਬੰਦੇ ਹੋ ਜਿਹਨਾਂ ਨਾਲ ਸਾਡੀ ਗੱਲ ਹੋਈ ਹੈ, ਤੇ ਅਗਲੇ ਕਹਿੰਦੇ ਵੀ ਤੁਹਾਡੇ ਕੋਲ 15-20 ਮਿੰਟ ਦਾ ਟਾਈਮ ਹੈਗਾ, ਨਹੀਂ ਤੇ ਅਸੀਂ ਜਿਹਨੂੰ ਵੀ ਫੋਨ ਕਿਤੇ ਇਹ ਤਰੀਕਾ ਰਾਸਤੇ ਨਹੀਂ ਆ ਗਿਆ 15-20 ਮਿੰਟ ਪਹਿਲੀ ਗੱਲ ਕਹੋ, ਫਿਰ ਗਾਹਕ ਨੂੰ ਯਕੀਨ ਹੋ ਜਾਂਦਾ ਤੇ ਫਿਰ ਫਸਾ ਲਓ। ਦੇਖੋ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ, ਜੋ ਵੀ ਤੁਸੀਂ ਕੀਤੀ, ਮੈਨੂੰ ਵੀ 15-20 ਮਿੰਟ ਵਾਲਾ ਰਾਸ ਤੇ ਨਹੀਂ ਆ ਗਿਆ। ਬਿਲਕੁਲ ਮੈਨੂੰ ਰਾਸ ਆਇਆ, ਤੁਹਾਡੀ ਗੱਲ 100% ਮੰਨਦਾ ਵਾਂ। ਰਾਸ ਇੱਦਾਂ ਆਇਆ ਮੈਨੂੰ, ਬਹੁਤ ਵਧੀਆ ਤਰੀਕਾ ਜੀ। ਜੇ ਤੁਸੀਂ ਆਪਦੇ ਪੇਸ਼ੈਂਟ ਦੀ ਗੱਲ ਨਾ ਸੁਣੋਗੇ, ਉਹਦੀ ਬਿਮਾਰੀ ਬਾਰੇ ਕਿੱਦਾਂ ਪਤਾ ਲੱਗੂਗਾ। ਤੇ ਜੇ ਇੱਕ ਤੁਸੀਂ ਕਹਿ ਲਓ ਵੀ ਮੇਰਾ ਟੈਕਟ ਹੈ, ਤੇ ਮੇਰਾ ਟੈਕਟ ਹੈਗਾ ਕਿਉਂਕਿ ਇਹ ਤੋਂ ਬਗੈਰ ਮੈਂ ਇਲਾਜ ਕਰ ਹੀ ਨਹੀਂ ਸਕਦਾ, ਕਿ ਜੇ ਮੈਂ ਉਹਦਾ ਟਾਈਮ ਨਹੀਂ ਲਵਾਂਗਾ, ਉਹਦੀ ਗੱਲ ਨਹੀਂ ਧਿਆਨ ਨਾਲ ਸੁਣਾਂਗਾ, ਉਹਨੂੰ ਡਾਇਗਨੋਜ਼ ਹੀ ਨਹੀਂ ਕਰਾਂਗਾ, ਤੇ ਉਹਦਾ ਇਲਾਜ ਕਿੱਦਾਂ ਕਰ ਲਾਂਗਾ। ਅੰਤਰਜਾਮੀ ਤਾਂ ਮੈਂ ਹੈ ਨਹੀਂ। ਸਭ ਤੋਂ ਪਹਿਲਾਂ ਮੈਂ ਉਹਦੀਆਂ ਰਿਪੋਰਟਾਂ ਮੰਗਾਂਗਾ, ਫਿਰ ਮੈਂ ਉਹਦੀਆਂ ਰਿਪੋਰਟਾਂ ਨੂੰ ਵੇਖਾਂਗਾ। ਮੈਂ ਘੱਟੋ ਘੱਟ ਵੀ ਅੱਧਾ ਪੌਣਾ ਘੰਟਾ ਇੱਕ ਪੇਸ਼ੈਂਟ ਦੀ ਗੱਲ ਚੰਗੀ ਤਰ੍ਹਾਂ ਸੁਣ ਕੇ ਤਰੀਕੇ ਨਾਲ ਈਚ ਐਂਡ ਐਵਰੀਥਿੰਗ ਜੋ ਵੀ ਮੇਰੇ ਦਿਮਾਗ 'ਚ ਕੁਐਸਚਨ ਆ ਗਿਆ ਮੈਂ ਉਹਨੂੰ ਜ਼ਰੂਰ ਪੁੱਛਣਾ। ਕਈ ਵਾਰੀ ਇੱਦਾਂ ਹੁੰਦਾ ਵੀ ਦਵਾਈ ਫਾਈਨਲ ਹੋਈ ਹੁੰਦੀ ਹੈ, ਫਿਰ ਵੀ ਮੇਰੇ ਦਿਮਾਗ 'ਚ ਕੁਛ ਮਾੜਾ ਜਿਹਾ ਵੀ ਡਾਊਟ ਆ ਗਿਆ ਵੀ ਮੈਂ ਆਹ ਚੀਜ਼ ਮੇਰੀ ਰਹਿੰਦੀ ਹੈ, ਮੈਂ ਉਸੇ ਵੇਲੇ ਦਵਾਈ ਭੇਜਣ ਤੋਂ ਪਹਿਲਾਂ ਉਹਨੂੰ ਇਹ ਚੀਜ਼ ਮੇਕ ਸ਼ੋਰ ਕਰਕੇ ਫਿਰ ਭੇਜਣੀ। ਮੈਨੂੰ ਕਾਹਲੀ ਵਾਲਾ ਕੰਮ ਬਿਲਕੁਲ ਪਸੰਦ ਨਹੀਂ ਹੈਗਾ। ਮੈਂ ਕਹਿੰਦਾ ਵਾ ਬੰਦਾ ਇੰਨੀ ਦੂਰ ਬੈਠਾ, ਮੈਨੂੰ ਉਹਨੇ ਚੂਜ਼ ਕੀਤਾ, ਮੇਰੀ ਰਿਸਪੌਂਸੀਬਿਲਟੀ ਹੈ। ਜੇ ਮੈਂ ਕਿਸੇ ਵੀਰ ਭਰਾ ਕੋਲੋਂ ਪੈਸਾ ਲੈ ਰਿਹਾ ਵਾਂ, ਉਹਦੇ ਪੈਸੇ ਦਾ ਆਪਾਂ ਉਹਨੂੰ ਮੁੱਲ ਨਹੀਂ ਮੋੜ ਰਹੇ, ਤੇ ਅਸੀਂ ਫਿਰ ਧੋਖੇਬਾਜ਼ ਹਾਂ, ਅਸੀਂ ਚੀਟਰ ਹਾਂ। ਤੇ ਜੇ ਅਸੀਂ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਹਾਂ, ਅਸੀਂ ਪਰਮਾਤਮਾ ਦੇ ਘਰ 'ਚ ਵੀ ਸੱਚੇ ਹਾਂ। ਫਿਰ ਨਹੀਂ, ਤੁਸੀਂ ਅੰਤਰਜਾਮੀ ਨਹੀਂ ਹੋ, ਮੈਂ ਵੀ ਇਹ ਗੱਲ ਮੰਨਦਾ। ਜਿੰਨੇ ਦਰਸ਼ਕ ਦੇਖ ਰਹੇ ਨੇ ਉਹ ਵੀ ਸਾਰੇ ਇਹ ਗੱਲ ਮੰਨਦੇ ਹੋਣਗੇ ਅੰਤਰਜਾਮੀ ਨਹੀਂ ਹੋ, ਪਰ ਹਜ਼ਾਰਾਂ ਕਿਲੋਮੀਟਰ ਦੂਰ ਬੈਠਾ ਮਰੀਜ਼, ਤੁਸੀਂ ਇੱਥੇ ਬੈਠੇ ਹੋ, ਫਿਰ ਕਿਵੇਂ ਇਲਾਜ ਕਿਵੇਂ ਕੀਤਾ ਜਾ ਰਿਹਾ? ਕਿਉਂਕਿ ਡਾਕਟਰ ਤੋਂ ਦਵਾਈ ਲੈਣੀ ਹੈ ਤਾਂ ਗਾਹਕ ਨੂੰ, ਮਰੀਜ਼ ਨੂੰ ਜਾਣਾ ਪੈਂਦਾ ਉੱਥੇ, ਵੀ ਆਪਣੇ ਆਪ ਦਾ ਸਰੀਰ ਦਿਖਾਉਣਾ ਪੈਂਦਾ, ਅੱਖਾਂ ਦੱਸਣੀਆਂ ਪੈਂਦੀਆਂ, ਮੇਰੀਆਂ ਅੱਖਾਂ 'ਚ ਪੀਲਾਪਨ ਆ ਗਿਆ, ਜੀਭ ਡਾਕਟਰ ਚੈੱਕ ਕਰਦਾ, ਕੰਨ ਚੈੱਕ ਕਰਦਾ। ਫਿਰ ਐਡੀ ਦੂਰ ਹਜ਼ਾਰਾਂ ਕਿਲੋਮੀਟਰਾਂ ਦਾ ਫਾਸਲਾ, ਔਰ ਦਾਅਵੇ ਤੁਹਾਡੇ ਬਹੁਤ ਵੱਡੇ ਨੇ ਵੀ ਮੈਂ ਹਰ ਬਿਮਾਰੀ ਦਾ ਇਲਾਜ ਕਰ ਦੂੰਗਾ। ਦੇਖੋ ਵੀਰ ਜੀ, ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ, ਤੁਹਾਨੂੰ ਮੇਰੀ ਗੱਲ ਬੜੀ ਸਮਝ ਆ ਜਾਊਗੀ ਇੱਕ ਮਿੰਟ 'ਚ। ਇਹਦੇ ਵਿੱਚ ਕੀ ਆ, ਆਪਾਂ ਜੇ ਕਹਿੰਦੇ ਨਾ ਡਾਇਗਨੋਜ਼ ਕਰਨਾ, ਰੂਟ ਕਾਜ਼ ਲੱਭਣਾ। ਰੂਟ ਕਾਜ਼ ਕੀ ਹੁੰਦਾ? ਜੜ ਬਿਮਾਰੀ ਦੀ, ਬਿਮਾਰੀ ਕਿੱਥੋਂ ਸ਼ੁਰੂ ਹੋਈ। ਉਹਦੇ ਵਿੱਚ ਨਵਜ ਵੇਖਣ ਦੀ, ਅੱਖਾਂ ਵੇਖਣ ਦੀ ਤੇ ਲੋੜ ਨਹੀਂ ਹੈਗੀ। ਉਹਦੇ ਵਿੱਚ ਬੋਲਦੀਆਂ ਰਿਪੋਰਟਾਂ ਲੈਬੋਰਟਰੀ ਦੀਆਂ। ਉਹਦੇ ਵਿੱਚ ਇੱਕ ਬੋਲਦੀ ਹੈ ਯੂਰਿਨ ਟੈਸਟ ਦੀ ਰਿਪੋਰਟ, ਠੀਕ ਹੈ, ਪਿਸ਼ਾਬ ਟੈਸਟ ਜਿਹਨੂੰ ਆਪਾਂ ਕਹਿੰਦੇ ਆ। ਇੱਕ ਆ ਗਿਆ ਤੁਹਾਡਾ ਸਪਰਮ ਦੀ ਰਿਪੋਰਟ, ਵੀ ਤੁਹਾਡਾ ਸਪਰਮ ਕਾਊਂਟ ਕਿੰਨਾ। ਇਹ ਦੋ ਰਿਪੋਰਟਾਂ ਦੇ ਸਿਰ 'ਤੇ ਤੁਸੀਂ ਕੋਈ ਵੀ ਜਿਹੜਾ
ਅੱਜ ਦਾ ਟੌਪਿਕ ਹੈ ਆਪਣਾ, ਅੱਜ ਦੇ ਟੌਪਿਕ ਦੇ ਆਪਾਂ ਉੱਤੇ ਰਹੀਏ ਵੀ ਆਪਾਂ ਗ੍ਰਸਤ ਕਮਜ਼ੋਰੀ ਬਾਰੇ ਗੱਲ ਕਰ ਰਹੇ ਹਾਂ, ਆਪਾਂ ਕਿਸੇ ਹੋਰ ਰੋਗ ਬਾਰੇ ਗੱਲ ਨਹੀਂ ਕਰ ਰਹੇ। ਇਹਦੇ ਵਿੱਚ ਕੋਈ ਵੀ ਰੋਗ ਹੈ ਉਹਦੀ ਜਿਹੜੀ ਡਾਇਗਨੋਜ਼ ਕਰਨਾ ਉਹ ਹੁੰਦੀ ਹੈ ਉਹਦੀ ਲੈਬੋਰਟਰੀ ਕਲੀਨਿਕਲ ਰਿਪੋਰਟਾਂ ਦੇ ਆਧਾਰ ਤੇ। ਜੇ ਮੈਨੂੰ ਉਹ ਰਿਪੋਰਟ ਭੇਜ ਰਹੇ ਨੇ, ਠੀਕ ਹੈ, ਉਹ ਵੀ ਉੱਥੋਂ ਕੈਨੇਡਾ ਬੈਠੇ ਨੇ ਤੇ ਕੈਨੇਡਾ ਦੀ ਆ ਰਹੀ ਹੈ, ਤੁਹਾਨੂੰ ਪਤਾ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੀਆਂ ਰਿਪੋਰਟਾਂ ਹੁੰਦੀਆਂ ਬੜੀਆਂ ਐਕੂਰੇਟ ਹੁੰਦੀਆਂ, ਬੜੀਆਂ ਸਟੀਕ ਹੁੰਦੀਆਂ, ਪ੍ਰੋਪਰ ਹੁੰਦੀਆਂ, ਉਹਦੇ ਵਿੱਚ ਕੋਈ ਗੜਬੜ ਹੋਣ ਦੀ, ਰਿਪੋਰਟ ਦੇ ਵਿੱਚ ਗੜਬੜ ਹੋਣ ਦੀ ਕੋਈ ਚਾਂਸਿਸ ਨਹੀਂ ਹੈਗੇ। ਜਦੋਂ ਉਹਦੀ ਰਿਪੋਰਟ ਹੀ ਐਕੂਰੇਟ ਆ ਗਈ ਸਾਡੇ ਕੋਲ, ਆਪਾਂ ਉਸ ਰਿਪੋਰਟ ਨੂੰ ਆਧਾਰ ਮੰਨ ਕੇ ਉਹਦਾ ਟਰੀਟਮੈਂਟ ਸ਼ੁਰੂ ਕਰਤਾ, ਉਸ ਤੋਂ ਉੱਤੇ ਕਿਹੜਾ ਡਾਇਗਨੋਜ਼ ਹੋ ਸਕਦਾ ਤੁਸੀਂ ਦੱਸੋ? ਪਰ ਕਈ ਵਾਰ ਇੱਦਾਂ ਵੀ ਹੁੰਦਾ ਵੀ ਮੰਨ ਲਓ ਇੱਕ 20 ਸਾਲ ਦੀ ਉਮਰ ਦਾ ਮਰੀਜ਼ ਹੈ, ਉਹ ਤੁਹਾਨੂੰ ਫੋਨ ਕਰਕੇ ਦੱਸ ਰਿਹਾ ਕਮਜ਼ੋਰੀ ਉਹਨੂੰ ਵੀ ਸੇਮ ਹੈ, ਇੱਕ ਤੁਹਾਨੂੰ 40 ਸਾਲ ਵਾਲਾ ਬੰਦਾ ਦੱਸ ਰਿਹਾ ਕਮਜ਼ੋਰੀ ਉਹਨੂੰ ਵੀ ਸੇਮ ਹੈ, ਫਿਰ ਦਵਾਈ ਵੀ ਦੋਨਾਂ ਜਾਣਿਆਂ ਨੂੰ ਸੇਮ ਪਿਆਣੀ ਜਾਂਦੀ ਹੈ। ਦੇਖੋ ਵੀਰ ਜੀ, ਦੋ ਚੀਜ਼ਾਂ ਹੁੰਦੀਆਂ ਇਹਦੇ ਵਿੱਚ ਨਾ। ਜੇ 20 ਸਾਲ ਵਾਲਾ ਤੇ ਉਹਦਾ ਨਾ ਹੀਲਿੰਗ ਪਾਵਰ ਬੜੀ ਸਟਰੋਂਗ ਹੈ, ਉਹਦੇ ਵਿੱਚ ਆਪਾਂ ਦਵਾਈ ਉਹਨੂੰ ਸਟਰੋਂਗ ਨਹੀਂ ਦੇ ਸਕਦੇ। ਉਹਦੇ ਵਿੱਚ ਆਪਾਂ ਜੇ ਦਵਾਈ ਉਹਨੂੰ ਲਾਈਟ ਵੀ ਦੇਵਾਂਗੇ, ਸਭ ਤੋਂ ਵੱਡੀ ਚੀਜ਼ ਆਹ ਹੈ ਜੇ 20 ਸਾਲ ਵਾਲਾ ਤੇ ਉਹਨੂੰ ਪ੍ਰੋਬਲਮ ਹੋਈ ਕਿੰਨੀ ਦੇਰ ਦੀ ਪੁਰਾਣੀ, ਇਹ ਚੀਜ਼ ਦੇ ਉੱਤੇ ਵੀ ਡਿਪੈਂਡ ਕਰਦਾ ਵੀ ਉਹਦਾ ਰੋਗ ਕਿੰਨਾ ਪੁਰਾਣਾ। ਮੰਨ ਲਓ ਜੇ 20 ਸਾਲ ਵਾਲੇ ਦਾ ਰੋਗ ਹੈਗਾ 2 ਸਾਲ ਪੁਰਾਣਾ, ਉਹਨੂੰ 2 ਸਾਲ ਤੋਂ ਪ੍ਰੋਬਲਮ ਆ ਰਹੀ ਹੈ ਕਮਜ਼ੋਰੀ ਦੀ, ਤੇ ਜਿਹੜਾ 40 ਸਾਲ ਵਾਲਾ ਉਹਨੂੰ ਹਜੇ 1 ਮਹੀਨਾ ਹੋਇਆ, ਦੋਨਾਂ ਦੀ ਦਵਾਈ ਬਿਲਕੁਲ ਡਿਫਰੈਂਟ ਹੋਏਗੀ, ਕਿਉਂਕਿ ਉਹਨਾਂ ਦਾ ਏਜ ਗਰੁੱਪ ਡਿਫਰੈਂਟ ਹੈ, ਜਿਹੜਾ ਟਾਈਮ, ਜਿਹੜਾ ਪ੍ਰੋਬਲਮ ਹੋਈ ਨੂੰ ਸਮਾਂ ਜਿਹੜਾ ਉਹ ਡਿਫਰੈਂਟ ਹੈ। ਸੋ ਹਰ ਇੱਕ ਚੀਜ਼ ਨੂੰ, ਹਰ ਇੱਕ ਐਕਸਪੈਕਟ ਨੂੰ ਬੜੀ ਚੰਗੀ ਤਰ੍ਹਾਂ ਵੇਖ ਕੇ ਉਹਦੀ ਦਵਾਈ ਤਿਆਰ ਕਰਨੀ ਹੈ। ਦੈਟਸ ਵਾਈ ਮੈਂ ਬਾਰ-ਬਾਰ ਇਸ ਚੀਜ਼ ਦੇ ਉੱਤੇ ਜ਼ੋਰ ਲਾਉਂਦਾ ਵਾਂ ਵੀ ਸਾਡੇ ਕੋਲ ਰੈਡੀ ਮੈਡੀਸਨ ਨਹੀਂ ਹੁੰਦੀ, ਅਸੀਂ ਕਸਟਮਾਈਜ਼ ਕਰੀ ਦੀ ਮੈਡੀਸਨ। ਕਸਟਮਾਈਜ਼ ਕਰਨ ਦਾ ਮਤਲਬ ਇਹ ਵੇ ਕਿ ਉਹਦੇ ਰੋਗ ਦੇ ਹਿਸਾਬ ਨਾਲ। ਕਈ ਵਾਰ ਉਮਰ ਵਧੇਰੇ ਹੁੰਦੀ ਹੈ, ਜਾਂ ਕਈ ਵਾਰ ਬੰਦੇ ਦਾ ਬੀਪੀ ਲੈਵਲ ਵੱਧਦਾ ਹੈ ਜਾਂ ਘਟਦਾ ਹੈ, ਜਾਂ ਸ਼ੂਗਰ ਦੀ ਪ੍ਰੋਬਲਮ ਹੈ, ਉਹਦੀ ਕੋਈ ਬਾਈਪਾਸ ਸਰਜਰੀ ਹੋਈ ਹੈ, ਜਾਂ ਉੱਦਾਂ ਕੋਈ ਸਰੀਰਕ ਸਰਜਰੀ ਹੋਈ ਹੈ, ਇਹੋ ਜਿਹੇ ਪੇਸ਼ੈਂਟਸ ਦੇ ਉੱਤੇ ਵੀ ਇਹ ਆਯੁਰਵੈਦ ਦੀ ਦਵਾਈ ਜਿਹੜੀ ਤੁਸੀਂ ਤਿਆਰ ਕਰਦੇ ਹੋ ਸਿਕੰਦਰ ਹਰਬਲ ਕੇਅਰ ਵਾਲੀ, ਉਹ ਕੰਮ ਕਰਦੀ ਹੈ? ਦੇਖੋ ਉਹੀ ਚੀਜ਼ ਨਾ, ਮਤਲਬ ਮੈਂ ਹੁਣ ਇਹਨੂੰ ਥੋੜ੍ਹਾ ਜਿਹਾ ਐਕਸਪਲੇਨ ਕਰਾਂਗਾ, ਮੇਰੀ ਗੱਲ ਧਿਆਨ ਨਾਲ ਸੁਣਿਓ। ਦੋ ਚੀਜ਼ਾਂ ਹੁੰਦੀਆਂ ਇਹਦੇ ਵਿੱਚ। ਅਸੀਂ ਪੇਸ਼ੈਂਟ ਨਾਲ, ਤੁਸੀਂ ਕਿਹਾ 15-20 ਮਿੰਟ ਵਾਲਾ ਤੁਹਾਨੂੰ ਆਈਡੀਆ ਜਿਹੜਾ ਰਾਸ ਆ ਗਿਆ, ਬਿਲਕੁਲ ਰਾਸ ਆਇਆ। ਮੈਂ ਤੁਹਾਨੂੰ ਉਦੋਂ ਵੀ ਕਿਹਾ, ਹੁਣ ਫਿਰ ਸੁਣ ਲਓ ਰਾਸ ਕਿੱਦਾਂ ਆਇਆ। ਵੀ ਜਦੋਂ ਤੱਕ ਤੁਸੀਂ ਇੰਟਰੈਕਟ ਨਹੀਂ ਕਰੋਗੇ ਕਸਟਮਰ ਨਾਲ, ਆਪਣੇ ਪੇਸ਼ੈਂਟ ਨਾਲ ਗੱਲਬਾਤ ਨਹੀਂ ਕਰੋਗੇ, ਗੱਲਬਾਤ ਕਰਕੇ ਉਹਦੀ ਪੂਰੀ ਗੱਲ ਚੰਗੀ ਤਰ੍ਹਾਂ ਸੁਣੋਗੇ ਨਹੀਂ, ਉਦੋਂ ਤੱਕ ਤੁਹਾਨੂੰ ਪਤਾ ਨਹੀਂ ਲੱਗਣਾ। ਕੋਈ ਵੀ ਮੈਡੀਸਨ ਤੁਸੀਂ ਐਲੋਪੈਥੀ ਖਾ ਰਹੇ ਹੋ, ਵੈਦਰ ਉਹ ਸ਼ੂਗਰ ਦੀ ਖਾ ਰਹੇ ਹੋ, ਬੀਪੀ ਦੀ ਖਾ ਰਹੇ ਹੋ, ਉਹਦੇ ਹਿਸਾਬ ਨਾਲ ਜੇ ਤੁਹਾਨੂੰ ਦਵਾਈ ਬਣਾਈ ਜਾਏਗੀ। ਕਿਉਂਕਿ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਨਾ, ਇਹਦੇ ਨਾਲ ਆਪਾਂ ਦਵਾਈ ਉਹਨੂੰ ਸਟਰੋਂਗ ਨਹੀਂ ਦੇ ਸਕਦੇ। ਉਹਦੇ ਵਿੱਚ ਕੀ ਕਰੀਦਾ ਵੀ ਟਾਈਮ ਵਧਾ ਦੀਦਾ। ਮੰਨ ਲਓ ਵੀ ਆਮ ਪੇਸ਼ੈਂਟ ਨੂੰ ਆਪਾਂ ਜੇ ਉਹ ਦਵਾਈ 2 ਮਹੀਨੇ 'ਚ ਠੀਕ ਕਰਨਾ, ਜਿਹੜਾ ਪੇਸ਼ੈਂਟ ਦੀ ਸਰਜਰੀ ਉਹ ਹਟੀ ਹੈ ਤੇ ਉਹਨੂੰ 6 ਮਹੀਨਿਆਂ 'ਚ ਕਰਾਂਗੇ। ਉਹਦੀ ਦਵਾਈ ਇੰਨੀ ਕੁ ਜ਼ਿਆਦਾ ਆਪਾਂ ਬਣਾ ਦਾਂਗੇ ਲਾਈਟ ਵੀ ਉਹਨੂੰ ਫਾਇਦਾ ਕਰੇ, ਬਟ ਸਲੋ ਕਰੇ, ਪਰ ਉਹਨੂੰ ਕੋਈ ਹੈਲਥ ਇਸ਼ੂ ਨਾ ਆਏ। ਠੀਕ ਹੋਣ ਦੇ ਚੱਕਰ ਦੇ ਵਿੱਚ ਉਹ ਕੰਮ ਕਰਨੋਂ ਨਾ ਜਾਏ। ਸਭ ਤੋਂ ਪਹਿਲੀ ਜਿਹੜੀ ਪ੍ਰਾਇੋਰਟੀ ਹੁੰਦੀ ਹੈ ਨਾ ਪੇਸ਼ੈਂਟ ਨੂੰ, ਉਹ ਹੁੰਦੀ ਹੈ ਠੀਕ ਕਰਨ ਦੀ। ਦੂਜੇ ਨੰਬਰ 'ਤੇ ਆ ਹੁੰਦੀ ਵੀ ਉਹਨੂੰ ਜਿਹੜੀ ਡੇ ਟੂ ਡੇ ਟਾਸਕ ਕਰ ਰਿਹਾ ਜਾਂ ਉਹਦੀ ਲਾਈਫ ਜਿਹੜੀ ਉਹ ਸਮੂਥਲੀ ਚੱਲਦੀ ਰਹੇ ਬਿਨਾਂ ਕਿਸੇ ਸਾਈਡ ਇਫੈਕਟ ਤੋਂ। ਅਸੀਂ ਪੇਸ਼ੈਂਟ ਨੂੰ ਠੀਕ ਕਰਨਾ। ਸਾਡੇ ਕੋਲ ਇਹ ਕੰਡੀਸ਼ਨ ਹੁੰਦੀ ਹੈ ਵੀ ਟਾਈਮ ਭਾਵੇਂ ਵੱਧ ਲੱਗ ਜੇ, ਪਰ ਪੇਸ਼ੈਂਟ ਨੂੰ ਪ੍ਰੋਬਲਮ ਨਹੀਂ ਕੋਈ ਆਉਣੀ ਚਾਹੀਦੀ। ਪਰ ਇੱਦਾਂ ਵੀ ਕਰਨਾ ਪੈਂਦਾ ਤੁਹਾਨੂੰ, ਮੰਨ ਲਓ ਸ਼ੂਗਰ ਦੀ ਦਵਾਈ ਖਾ ਰਿਹਾ ਜਾਂ ਬੀਪੀ ਦੀ ਦਵਾਈ, ਉਹ ਦਵਾਈਆਂ ਬੰਦ ਕਰਨੀਆਂ ਪੈਂਦੀਆਂ ਨੇ, ਚਾਹੇ ਉਹ ਐਲੋਪੈਥੀ ਹੈ, ਫਿਰ ਤੁਹਾਡੀ ਇਕੱਲਿਆਂ ਦੀ ਦਵਾਈ ਖਾਣੀ ਪਊ? ਦੇਖੋ ਉਹਦੇ ਵਿੱਚ ਨਾ ਇੱਕ ਟਾਈਮ ਦਾ ਵੱਖਵਾ ਪਾ ਦਈਦਾ। ਮੰਨ ਲਓ ਜੇ ਸ਼ੂਗਰ ਵਾਲੀ ਦਵਾਈ ਉਹ ਸਵੇਰੇ ਫਾਸਟਿੰਗ 'ਤੇ ਖਾ ਰਿਹਾ, ਸਾਡੀ ਦਵਾਈ ਜਿਹੜੀ ਉਹ ਆਫਟਰਨੂਨ 'ਤੇ ਸ਼ੁਰੂ ਹੋਣੀ ਹੈ, ਉਦੋਂ ਤੱਕ ਉਹ ਦਵਾਈ ਪਚ ਜਾਣੀ ਹੈ। ਆਪਾਂ ਇਹ ਨਹੀਂ ਕਹਿਣਾ ਵੀ ਤੂੰ ਸ਼ੂਗਰ ਵਾਲੀ ਦਵਾਈ ਜੇ ਫਾਸਟਿੰਗ 'ਤੇ ਖਾ ਰਿਹਾ ਤਾਂ ਸਾਡੀ ਦਵਾਈ ਨਾਲ ਹੀ ਖਾ ਲਾ, ਜਦ ਹੀ ਖਾ ਲਾ। ਉਹਦਾ ਟਾਈਮ ਇੰਟਰਵਲ ਇੰਨਾ ਕੁ ਬਣਾ ਦੇਣਾ ਵੀ ਉਹ ਦਵਾਈ ਦੇ ਨਾਲ ਉਹ ਦਵਾਈ ਪ੍ਰੋਬਲਮ ਨਾ ਕ੍ਰੀਏਟ ਕਰੇ ਕੋਈ। ਅੱਛਾ ਡਾਕਟਰ ਸਾਹਿਬ, ਬਹੁਤ ਸਾਰੇ ਮੈਂ ਦੇਖਿਆ ਇਸ਼ਤਿਹਾਰ ਲੱਗੇ ਨੇ, ਬੋਰਡ ਲੱਗੇ ਨੇ, ਹੈ ਨਾ, ਮਰਦਾਨਾ ਕਮਜ਼ੋਰੀ ਜਾਂ ਬਹੁਤ ਸਾਰੀਆਂ ਹੈ ਨਾ ਸੈਕਸ ਪ੍ਰੋਬਲਮ ਲਿਖਿਆ ਉਹਦੇ ਉੱਤੇ, ਉਹ ਗਰੰਟੀਆਂ ਬੜੀਆਂ ਦਿੰਦੇ ਨੇ, ਕਹਿੰਦੇ ਸਟਾਂਪ ਪੇਪਰ 'ਤੇ ਸਾਈਨ ਕਰਾ ਲਓ। ਤੁਹਾਡੇ ਕੋਲ ਗਰੰਟੀ ਹੈ ਕੋਈ? ਕਿਉਂਕਿ ਬਹੁਤ ਸਾਰੇ ਲੋਕ ਤੁਹਾਨੂੰ ਦੇਖ ਰਹੇ ਨੇ, ਬਹੁਤ ਸਾਰੇ ਲੋਕ ਸੁਣ ਰਹੇ ਨੇ, ਪਿਛਲੀਆਂ ਇੰਟਰਵਿਊਜ਼ ਵੀ ਸੁਣਦੇ ਹੋਣਗੇ, ਤੁਹਾਡੇ ਦਾਅਵੇ ਵਾਅਦੇ ਸੁਣਦੇ ਹੋਣਗੇ, ਹੈ ਨਾ, ਤੁਹਾਡੇ ਤੋਂ ਦਵਾਈਆਂ ਮੰਗਵਾਉਂਦੇ ਹੋਣਗੇ, ਪਰ ਤੁਹਾਡੇ ਵੱਲੋਂ ਗਰੰਟੀ ਕੀ ਹੈ ਵੀ ਤੁਹਾਡੀ ਦਵਾਈ ਦੇ ਨਾਲ ਵਾਕਿਆ ਹੀ ਉਹਨਾਂ ਨੂੰ ਫਾਇਦਾ ਹੋਏਗਾ ਔਰ ਵਾਕਿਆ ਠੀਕ ਹੋ ਜਾਣਗੇ? ਦੇਖੋ ਜੀ, ਵਾਅਦੇ ਦਾਅਵੇ ਜਿਹੜੇ ਹੈਗੇ ਨੇ ਨਾ ਬਹੁਤ ਲੰਬੇ ਚੌੜੇ ਨੇ। ਹੁਣ ਤੇ ਉਹ ਜਿਹੜੀਆਂ ਜ਼ੀਰੋਆਂ ਵਾਲੀਆਂ ਪਰਸੈਂਟੇਜ ਨੇ ਨਾ, ਉਹ ਵੀ ਮੁੱਕ ਗਈਆਂ ਉਹਨਾਂ ਕੋਲ। ਪਹਿਲਾਂ ਸ਼ੁਰੂ ਹੋਏ ਸੀ ਜੀ 100% ਗਰੰਟੀ, ਫਿਰ ਹੁਣ 1000%, ਤੇ ਹੁਣ ਉਹ ਤਾਂਤਰਿਕਾਂ ਨੂੰ ਲੱਖ ਤੇ ਕਰੋੜ ਤੇ ਵੀ ਆ ਗਏ ਨੇ, ਪਤਾ ਨਹੀਂ ਕਿੱਥੇ ਪਹੁੰਚ ਗਏ ਨੇ, ਆਈ ਡੋਂਟ ਨੋ। ਬਟ ਜਿਹੜੀ ਚੀਜ਼ ਹੈਗੀ ਨਾ ਟਰਸਟੇਬਲ, ਆਪਾਂ ਗੱਲ ਕਹਿ ਰਹੀ ਹੈ ਵੀ ਕੀ ਗੱਲ ਹੈ, ਇੱਕ ਨਾ ਤੁਹਾਨੂੰ ਪ੍ਰੋਫੈਸ਼ਨ ਵੱਲੋਂ ਇਹ ਚੀਜ਼ ਚੰਗੀ ਨਹੀਂ ਲੱਗਦੀ, ਭੱਦੀ ਲੱਗਦੀ ਹੈ। ਤੁਸੀਂ ਤਾਂ ਫਿਰ ਆਪਣੇ ਆਪ ਨੂੰ ਰੱਬ ਤੋਂ ਵੀ ਤਾਂ ਮੰਨ ਲਿਆ ਵੀ ਜੇ ਮੈਂ ਕਹਾਂ ਵੀ ਮੇਰੇ ਤੋਂ ਤੁਸੀਂ ਦਵਾਈ ਲੈ ਲਓ ਤੇ ਜੇ ਤੁਸੀਂ ਨਹੀਂ ਠੀਕ ਹੋਏ ਤੇ ਮੈਂ ਪੈਸੇ ਵਾਪਸ ਕਰ ਦਾਂਗਾ, ਇਹ ਪੋਸੀਬਲ ਹੀ ਨਹੀਂ ਹੈਗਾ। ਜੇ ਮੈਂ ਸਮਾਨ ਲਿਆਂਦਾ ਇਮਾਨਦਾਰੀ ਨਾਲ, ਮੰਨ ਲਓ ਮੈਨੂੰ ਤੁਸੀਂ ਕੁਝ ਪੈਸੇ ਭੇਜੇ ਨੇ, ਉਹਦੇ ਵਿੱਚੋਂ ਮੈਂ ਕੁਝ ਪੈਸੇ ਕਮਾਏ ਵੀ ਨੇ, ਮੈਂ ਇਹ ਵੀ ਨਹੀਂ ਕਹਿੰਦਾ ਵੀ ਮੈਂ ਸੇਵਾ ਕਰ ਰਿਹਾ ਵਾਂ ਜਾਂ ਮੈਂ ਕੋਈ ਪੈਸਾ ਨਹੀਂ ਕਮਾਉਂਦਾ, ਝੂਠ ਹੈ ਇੱਕ ਨੰਬਰ ਦਾ।
ਹਰ ਬੰਦਾ ਜਿਹੜਾ ਪ੍ਰੋਫੈਸ਼ਨਲੀ ਦੁਕਾਨ ਖੋਲ੍ਹ ਕੇ ਬੈਠਾ ਉਹਦੇ ਕੋਈ ਖਰਚੇ ਵੀ ਹੈਗੇ ਨੇ, ਉਹਦਾ ਪਰਿਵਾਰ ਵੀ, ਉਹਨੇ ਸਾਰਾ ਕੁਝ ਆਪਣੀਆਂ ਲਾਈਵਲੀਹੁੱਡ ਵੀ ਚਲਾਉਣਾ, ਆਪਣਾ ਖਰਚੇ ਵੀ ਚਲਾਉਣੇ ਨੇ। ਦੇਖੋ ਇੱਕ ਐਥੀਕਲੀ ਨਾ ਇੱਕ ਤੁਹਾਡੇ ਸੰਸਕਾਰ ਜਿੱਦਾਂ ਆਪਾਂ ਕਹਿ ਲਈਦਾ ਵੀ ਇਹ ਚੰਗਾ ਨਹੀਂ ਲੱਗਦਾ ਵੀ ਤੁਸੀਂ ਆਪਣੇ ਆਪ ਨੂੰ ਕਹੋ ਵੀ ਮੈਂ ਤੁਹਾਡੇ ਪੈਸੇ ਮੋੜ ਦਾਂਗਾ ਜਾਂ ਮੈਂ ਤੁਹਾਨੂੰ ਸਟਾਂਪ ਪੇਪਰ ਦੇ ਦਾਂਗਾ। ਇੱਕ ਨਾ ਸਿਰਫ ਪੇਸ਼ੈਂਟ ਨੂੰ ਇੱਕ ਟਰੈਪ ਦੇ ਵਿੱਚ, ਇੱਕ ਜਿਹਨੂੰ ਆਪਾਂ ਕਹਿ ਲਈਦਾ ਵੀ ਮਿੱਠਾ ਜਾਲ, ਹਨੀ ਟਰੈਪ, ਵੀ ਕੋਈ ਚੀਜ਼ ਦਿਖਾ ਕੇ ਬੰਦੇ ਨੂੰ ਇੰਨਾ ਜ਼ਿਆਦਾ ਕਨਵਿੰਸ ਕਰ ਲਈਏ ਆਪਾਂ। ਤੁਸੀਂ ਕਨਵਿੰਸ ਕਰਨਾ ਨਾ, ਮੈਨੂੰ ਕੋਈ ਵੀ ਪੇਸ਼ੈਂਟ ਕਹਿੰਦਾ ਵੀ ਕੀ ਜ਼ਿੰਮੇਵਾਰੀ ਹੈ ਕੀ ਗਰੰਟੀ, ਮੈਂ ਕਿਹਾ ਨਹੀਂ, ਤੁਸੀਂ ਦਵਾਈ ਥੋੜ੍ਹੀ ਜਿਹੀ ਮੰਗਾਓ, ਇੱਕ ਵਾਰੀ ਮੰਗਾਓ, ਜੇ ਤੁਹਾਨੂੰ ਲੱਗਦਾ ਮੇਰੀ ਦਵਾਈ ਫਾਇਦਾ ਕਰੇਗੀ, ਮੈਂ ਆਪਣੇ ਮੂੰਹ ਆਪਣੀ ਕੀ ਤਾਰੀਫ ਕਰਾਂ। ਕਿਉਂਕਿ ਜੇ ਮੇਰੀ ਦਵਾਈ ਚੰਗੀ ਹੋਏਗੀ ਤਾਂ ਤੁਸੀਂ ਆਪ ਮੈਨੂੰ ਫੋਨ ਕਰੋਗੇ, ਆਪ ਮੈਨੂੰ ਕਹੋਗੇ ਵੀ ਕਿ ਬਾਕੀ ਦੀ ਰਹਿੰਦੀ ਭੇਜ। ਤੇ ਇਦਾਂ ਜੇ ਮੈਂ ਤੁਹਾਨੂੰ ਤਾਰੀਫਾਂ ਕਰੀ ਜਾਵਾਂ ਜਿੰਨੀਆਂ ਮਰਜ਼ੀ, ਤੇ ਤੁਸੀਂ ਕਹੋਗੇ ਵੀ ਭਾਈ ਆਪਣੀ ਤਾਰੀਫ ਤੇ ਹਰ ਕੋਈ ਕਰ ਲੈਂਦਾ। ਵੈਸੇ ਜੀ ਬਹੁਤ ਸਾਰੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਉਹਨਾਂ ਦੇ ਮਨ 'ਚ ਇਹ ਵੀ ਸਵਾਲ ਹੁਣ ਆਉਂਦਾ ਹੋਊਗਾ ਵੀ ਚਲੋ ਠੀਕ ਹੈ, ਤੁਹਾਡੀ ਦਵਾਈ ਪਸੰਦ ਆ ਗਈ ਤੁਹਾਡੇ ਨਾਲ, ਪਰ ਇਹ ਦਵਾਈ ਕੋਈ ਕੈਨੇਡਾ ਬੈਠਾ, ਕੋਈ ਅਮਰੀਕਾ ਬੈਠਾ, ਕੋਈ ਯੂਰਪ ਬੈਠਾ, ਕੋਈ ਆਸਟ੍ਰੇਲੀਆ ਬੈਠਾ, ਨਿਊਜ਼ੀਲੈਂਡ ਬੈਠਾ, ਉਹ ਦਵਾਈ ਫਿਰ ਕਿਵੇਂ ਭੇਜਦੇ ਇਹਨਾਂ ਪੇਸ਼ੈਂਟਸ ਨੂੰ, ਕਿਵੇਂ ਉਹ ਤੁਹਾਡੀ ਦਵਾਈ ਜਿਹੜੀ ਹੈ ਲੈ ਸਕਦੇ ਨੇ? ਦੇਖੋ ਇੱਕ ਚੀਜ਼ ਹੁੰਦੀ ਹੈ, ਹੁਣ ਮੈਨੂੰ ਬਹੁਤ ਇਹ ਸਵਾਲ ਤੁਸੀਂ ਬੜਾ ਵਧੀਆ ਪੁੱਛਿਆ, ਇਹਦੇ ਵਿੱਚ ਇੱਕ ਬੜੀ ਵਧੀਆ ਚੀਜ਼ ਗੱਲ ਦੱਸਣ ਵਾਲੀ ਭੇਤ ਵਾਲੀ ਹੈਗੀ ਹੈ ਜ਼ਰੂਰੀ। ਉਹ ਆ ਇਹ ਕਿ ਮੈਨੂੰ ਕਹਿੰਦੇ ਨੇ ਵੀ ਤੁਹਾਡੇ ਤੋਂ ਪਹਿਲਾਂ ਆਪਾਂ ਕਿਸੇ ਹੋਰ ਨੂੰ ਪੈਸੇ ਭੇਜੇ, ਉਹਨੇ ਸਾਨੂੰ ਦਵਾਈ ਭੇਜੀ, ਦਵਾਈ ਸਾਨੂੰ ਮਿਲੀ ਨਹੀਂ ਦਾ ਅਗਲਾ ਸਵਾਲ ਵੀ ਇਹੀ ਸੀਗਾ ਵੀ ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਨੇ ਪਹਿਲਾਂ ਦਵਾਈ ਆਵੇ ਫਿਰ ਪੈਸੇ ਦਿੰਨੇ ਆ, ਵੀ ਕਿਤੇ ਡਾਕਟਰ ਪੈਸੇ ਲੈ ਕੇ ਭੱਜ ਹੀ ਨਾ ਜਾਏ। ਹਾਂਜੀ ਬਿਲਕੁਲ ਜੀ, ਬਿਲਕੁਲ। ਚਲੋ ਭੱਜਣ ਭਜਾਣ ਵਾਲੀ ਤਾਂ ਕੋਈ ਗੱਲ ਨਹੀਂ, ਵੀ ਸਾਨੂੰ 1986 ਦੇ ਬੈਠੇ ਆ, ਬੜਾ ਪਰਮਾਤਮਾ ਦੀ ਬਹੁਤ ਮਿਹਰ ਹੈ ਵੀ ਸਾਡਾ ਦਫ਼ਤਰ ਆਪਣਾ, ਵੀ ਕੋਈ ਭੱਜਣ ਵਾਲੀ ਗੱਲ ਨਹੀਂ ਹੈਗੀ। ਚਲੋ ਉਹ ਗੱਲ ਇੱਕ ਵੱਖਰੀ ਗੱਲ ਹੈ, ਬਟ ਤੁਸੀਂ ਯਕੀਨ ਕਰ ਲਿਆ, ਉਹ ਕਹਿੰਦੇ ਵੀ ਮੈਂ ਫਲਾਣੇ ਡਾਕਟਰ ਨੂੰ ਦਿੱਲੀ ਫਲਾਣੀ ਜਗ੍ਹਾ ਪੈਸੇ ਭੇਜੇ, ਬੰਬੇ ਭੇਜੇ, ਫਲਾਣੇ ਯੂਪੀ ਭੇਜੇ, ਜਾਂ ਵਾਟ ਐਵਰ ਕਿਤੇ ਵੀ ਭੇਜੇ ਹਿੰਦੁਸਤਾਨ 'ਚ, ਤੇ ਦਵਾਈ ਸਾਨੂੰ ਮਿਲੀ ਨਹੀਂ। ਉੱਥੋਂ ਕਸਟਮ ਵਾਲਿਆਂ ਕੋਲ ਸਾਨੂੰ ਚਿੱਠੀ ਆ ਗਈ ਵੀ ਤੁਸੀਂ ਦਵਾਈ ਮੰਗਾਈ ਸੀ, ਵੀ ਆ ਜਾਓ ਆ ਕੇ ਆਪਣਾ ਦੱਸੋ ਕੀ ਹੁੰਦਾ ਉਹਦੇ ਵਿੱਚ। ਇੱਕ ਜਿਹੜੀ ਘੁੰਡੀ ਵਾਲੀ ਗੱਲ ਹੈ ਉਹ ਦੱਸ ਦਿੰਦਾ, ਭੇਦ ਵਾਲੀ ਗੱਲ ਉਹ ਆ ਹੈ ਕਿ ਇੱਕ ਨਾ ਡੈਕਲਾਰੇਸ਼ਨ ਫਾਰਮ ਹੁੰਦਾ ਕਸਟਮ ਦਾ। ਕਸਟਮਸ ਵਾਲੇ ਪੁੱਛਦੇ ਨੇ ਵੀ ਆਹ ਤੂੰ ਦਵਾਈ ਭੇਜਣ ਲੱਗਾ ਬਾਹਰ, ਵੀ ਇਹ ਦਵਾਈ ਦੇ ਵਿੱਚ ਪਾਇਆ ਕੀ ਹੈ, ਤੂੰ ਜੋ ਵੀ ਇਹਦੇ ਵਿੱਚ ਪਾਇਆ ਤੇ ਆਪਣਾ ਦੱਸ। ਜਦੋਂ ਹੁਣ ਮੰਨ ਲਓ ਵੀ ਕਿਸੇ ਨੇ, ਮੇਰਾ ਕੋਈ ਵੀ ਕੰਪੀਟੀਟਰ ਹੈ XYZ, ਮੈਨੂੰ ਨਹੀਂ ਪਤਾ ਕੌਣ ਹੈ, ਵੀ ਜਿਹਦੇ ਕੋਈ ਤੁਸੀਂ ਦਵਾਈ ਆਰਡਰ ਕਰਕੇ ਮੰਗਾ ਰਹੇ ਹੋ, ਉਹਨੇ ਜੇ ਵਿੱਚ ਪਾਇਆ ਹੀ ਖੇਸਵਾਹ ਹੈ, ਤੇ ਹੁਣ ਪੰਜਾਬੀ 'ਚ ਕਿੱਦਾਂ ਲਿਖੇ ਵੀ ਮੈਂ ਖੇਸਵਾਹ ਪਾਇਆ। ਖੇਸਵਾਹ ਮੀਨਸ ਵੀ ਤੁਹਾਨੂੰ ਕਈ ਆਯੁਰਵੈਦਿਕ ਦਵਾਈ ਹੋਈ ਹੈ, ਉਹਦੇ 'ਚ ਕਈ ਕੁਛ ਪਾਇਆ, ਵੀ ਉਹਦੇ ਵਿੱਚ ਡੈਕਸਾ ਵੀ ਪਾਈ ਹੈ, ਫਲਾਣੀ ਵੀ ਪਾਈ ਹੈ, ਪੁੱਠੀਆਂ ਸਿੱਧੀਆਂ ਜਿੰਨੇ ਸਾਲਟ ਹੁੰਦੇ ਨੇ ਐਲੋਪੈਥੀ ਵਾਲੇ, ਜਾਂ ਕੋਈ ਹੋਮੋਪੈਥੀ ਪਾਈ ਹੈ, ਮਤਲਬ ਉਹ ਪੰਜਾਬੀ ਦੇ ਵਿੱਚ ਕਹਿ ਲਈਏ ਵੀ ਉਹ ਜਿਹੜੀਆਂ ਬਾਜ਼ਾਰੀ ਦਵਾਈਆਂ ਹੁੰਦੀਆਂ ਉਹਦਾ ਰਾਇਤਾ ਪਾਇਆ ਹੁੰਦਾ ਪੂਰਾ। ਹੁਣ ਉਹ ਚੀਜ਼ ਨੂੰ ਉਹਦੇ ਵਿੱਚ ਡਿਕਲੇਅਰ ਤਾਂ ਕਰ ਹੀ ਨਹੀਂ ਸਕਦੇ, ਕਿਉਂਕਿ ਉਹ ਹੈ ਹੀ ਇਨਲੀਗਲ ਸੋਰਸ ਹੈ। ਇਨਲੀਗਲ ਸੋਰਸ ਦੇ ਵਿੱਚ ਤੁਸੀਂ ਕਿੱਦਾਂ ਡਿਕਲੇਅਰ ਕਰ ਸਕਦੇ ਹੋ ਵੀ ਮੈਂ ਇਹ 'ਚ ਗਲਤ ਸਮਾਨ ਪਾਇਆ? ਉਹ ਜਦੋਂ ਉਹਦੇ ਉੱਤੇ ਲਿਖਿਆ ਹੁੰਦਾ ਆਯੁਰਵੈਦਿਕ, ਉਹ ਆ ਜਾਂਦਾ ਰੋਂਗ ਡੈਕਲੇਰੇਸ਼ਨ। ਉਹਨਾਂ ਦੇ ਕੋਲ ਆ ਜਾਂਦੀਆਂ ਮਸ਼ੀਨਾਂ ਲੱਗੀਆਂ ਬਹੁਤ ਵੱਡੀਆਂ ਕਸਟਮ ਡਿਪਾਰਟਮੈਂਟ ਵਾਲਿਆਂ ਕੋਲ। ਉਹ ਦਵਾਈ ਆਪਣੇ ਇੰਡੀਆ ਤੋਂ ਹੀ ਨਹੀਂ ਬਾਹਰ ਜਾਂਦੀ। ਤੁਸੀਂ ਬਾਹਰ ਜਾਣ ਦੀ ਤਾਂ ਬਹੁਤ ਪਰੇ ਦੀ ਗੱਲ ਹੈ, ਵੀ ਕੈਨੇਡਾ ਅਮਰੀਕਾ ਵਰਗੀਆਂ ਕੰਟਰੀਆਂ ਜਾਂ ਆਸਟ੍ਰੇਲੀਆ ਵਰਗੀਆਂ ਕੰਟਰੀਆਂ ਤੋਂ ਉਹਨੂੰ ਅਸੈਪਟ ਨਹੀਂ ਕਰਨਗੀਆਂ। ਉਹ ਤਾਂ ਪਹਿਲਾਂ ਇੰਡੀਆ ਵਾਲਿਆਂ ਨੂੰ ਨੋਟਿਸ ਕੱਢਣਗੀਆਂ ਵੀ ਤੁਸੀਂ ਉੱਥੇ ਬੈਠੇ ਕੀ ਕਰਦੇ ਪਏ ਹੋ, ਠੀਕ ਹੈ। ਉਹ ਦਿੱਲੀ ਏਅਰਪੋਰਟ 'ਤੇ ਫਸ ਜਾਂਦੀਆਂ ਜਾ ਕੇ, ਕਿਉਂਕਿ ਉਹਦੇ ਵਿੱਚ ਹੁੰਦਾ ਰੋਂਗ ਡੈਕਲਾਰੇਸ਼ਨ। ਹੁਣ ਸਾਡੀ ਦਵਾਈ ਦੀ ਕੀ ਜ਼ਿੰਮੇਵਾਰੀ ਹੈ? ਅਸੀਂ ਸਾਰਿਆਂ ਤੋਂ ਅੱਡ ਕਿਉਂ ਆ? ਸਾਡੀ ਕਿਸੇ ਵੀ ਦਵਾਈ ਦਾ ਤੁਸੀਂ ਲੈਬੋਰਟਰੀ ਟੈਸਟ ਕਰਾ ਕੇ ਦੇਖ ਲਓ, ਜੇ ਉਹਦੇ ਵਿੱਚੋਂ ਕੋਈ ਵੀ ਹੋਰ ਸਾਲਟ ਨਿਕਲ ਆਇਆ, ਕੋਈ ਵੀ ਹੋਰ ਮੀਨਸ ਵੀ ਜੇ ਐਲੋਪੈਥੀ ਨਾ ਵੀ ਨਿਕਲਿਆ, ਕੋਈ ਹੋਰ ਵੀ ਨਿਕਲ ਆਇਆ, ਤਾਂ ਵੀ ਮੈਂ ਜ਼ਿੰਮੇਵਾਰ ਹਾਂ। ਸਾਡੀ ਦਵਾਈ ਉੱਥੇ ਪਹੁੰਚਣ ਦੀ ਜ਼ਿੰਮੇਵਾਰੀ ਇਹੀ ਹੈ ਕਿ ਜੋ ਆਪਾਂ ਕਹਿੰਦੇ ਹਾਂ ਸੋ ਦਿੰਦੇ ਹਾਂ। ਮੈਂ ਇਹ ਨਹੀਂ ਕਹਿੰਦਾ ਵੀ ਮੇਰੇ 'ਤੇ ਤੁਸੀਂ ਕੋਰਾ ਯਕੀਨ ਕਰ ਲਓ, ਮੈਂ ਇਹ ਕਹਿੰਦਾ ਵਾ ਜੇ ਤੁਹਾਨੂੰ ਦਵਾਈ ਮਿਲ ਗਈ ਤਾਂ ਆਪਣੀ ਕੰਟਰੀ ਦੇ ਕਸਟਮ ਡਿਪਾਰਟਮੈਂਟ 'ਤੇ ਯਕੀਨ ਕਰ ਲਓ, ਕਿਉਂਕਿ ਮੇਰੀ ਜਿਹੜੀ ਗਵਾਹੀ ਹੈ ਉਹ ਕਸਟਮ ਡਿਪਾਰਟਮੈਂਟ ਦੇ ਰਿਹਾ, ਕਿਉਂਕਿ ਉਹ ਦਵਾਈ ਉੱਥੇ ਡਿਲੀਵਰ ਹੋ ਰਹੀ ਹੈ। ਆਖਰੀ ਸਵਾਲ ਲਊਂਗਾ, ਕੋਈ ਸੰਦੇਸ਼? ਮੈਂ ਵੀ ਚਾਹੂੰਗਾ ਵੀ ਬਹੁਤ ਸਾਰੇ ਲੋਕ ਤੁਹਾਡੇ ਨਾਲ ਹੁਣ ਸੰਪਰਕ ਕਰਨਾ ਚਾਹਣਗੇ, ਤੁਹਾਡੇ ਨਾਲ ਕਿੱਥੇ ਤੁਹਾਨੂੰ ਸੰਪਰਕ ਕਰ ਸਕਦੇ ਨੇ? ਕੀ ਤੁਹਾਡਾ ਫ਼ੋਨ ਨੰਬਰ ਹੈ? ਕੀ ਤੁਹਾਡੀ ਈਮੇਲ ਆਈਡੀ ਹੈ? ਕੀ ਤੁਹਾਡਾ ਫੇਸਬੁੱਕ ਪੇਜ ਹੈ ਜਿੱਥੇ ਇੱਕ ਪੇਸ਼ੈਂਟ ਤੁਹਾਡੇ ਨਾਲ ਰਾਬਤਾ ਕਾਇਮ ਕਰ ਸਕੇ ਔਰ ਤੁਹਾਡੇ ਤੋਂ ਦਵਾਈ ਜਿਹੜੀ ਆ ਉਹ ਮੰਗਵਾ ਸਕੇ? ਉਹ ਵੀ ਜਾਣਨਾ ਚਾਹਾਂਗੇ। ਦੇਖੋ ਜੀ, ਮੇਰੇ ਨਾਲ ਸੰਪਰਕ ਕਰਨਾ ਬੜਾ ਆਸਾਨ ਹੈ। ਮੇਰੇ ਅੱਗੇ ਕੋਈ PA, ਕੋਈ ਮੇਰਾ ਫੋਨ ਚੱਕਣ ਵਾਲਾ, ਕੋਈ ਕੁਛ ਨਹੀਂ ਹੈਗਾ ਜੀ। ਮੈਂ ਇਕੱਲਾ ਹੀ ਕੰਮ ਕਰਦਾ ਵਾਂ, ਇਮਾਨਦਾਰੀ ਨਾਲ ਆਪਣਾ ਕੰਮ ਕਰੀਦਾ। ਜੇ ਤੁਸੀਂ ਮੈਨੂੰ ਚੂਜ਼ ਕੀਤਾ ਤੇ ਤੁਹਾਡੀ ਦਵਾਈ ਦਾ ਆਰਡਰ ਲੈਣ ਤੱਕ, ਉਹਨੂੰ ਭੇਜਣ ਤੱਕ ਇਕੱਲਾ ਮੈਂ ਹੀ ਜ਼ਿੰਮੇਵਾਰ ਹਾਂ। ਦੇਖੋ ਜਿਹੜੀ ਤੁਹਾਡੀ ਮੇਨ ਚੀਜ਼ ਹੈਗੀ ਹੈ, ਜਿਹਦੇ ਬਾਰੇ ਕਦੀ ਕੋਈ ਗੱਲ ਨਹੀਂ ਕਰਦਾ, ਉਹ ਹੈਗੀ ਤੁਹਾਡੀ ਸੀਕ੍ਰੇਸੀ, ਤੁਹਾਡੀ ਪ੍ਰਾਈਵੇਸੀ। ਤੁਹਾਡੇ ਘਰੋਂ ਤੁਹਾਡਾ ਕੋਈ ਪਰਿਵਾਰ ਦਾ ਮੈਂਬਰ ਵੀ ਆ ਜਾਏਗਾ ਨਾ, ਆਪਾਂ ਉਹਨੂੰ ਵੀ ਨਹੀਂ ਦੱਸਾਂਗੇ ਵੀ ਤੁਹਾਡੇ ਘਰ ਦੇ ਜੀ ਦਾ ਇਲਾਜ ਕੋਈ ਇੱਥੇ ਚੱਲਦਾ। ਬਾਕੀ ਜਿਹੜੀ ਤੁਹਾਨੂੰ ਦਵਾਈ ਭੇਜਣੀ, ਉਹਦੇ ਉੱਤੇ ਕੋਈ ਮੇਰਾ ਇਸ਼ਤਿਹਾਰ, ਕੋਈ ਵਿਗਿਆਪਨ, ਕਿਤੇ ਕੁਛ ਨਹੀਂ ਲਿਖਿਆ ਹੋਣਾ ਵੀ ਇਹ ਦਵਾਈ ਕਿਸ ਕੰਮ ਦੀ ਹੈ ਜਾਂ ਤੁਸੀਂ ਕਿਉਂ ਮੰਗਾ ਰਹੇ ਹੋ।
ਈਵਨ ਕਿ ਦਵਾਈ ਦੇ ਵਿੱਚ ਦਵਾਈ ਖਾਣ ਦਾ ਤਰੀਕਾ ਵੀ ਨਹੀਂ ਲਿਖਿਆ ਹੁੰਦਾ, ਉਹ ਵੀ ਆਪਾਂ ਤੁਹਾਨੂੰ WhatsApp ਤੇ ਸਮਝਾਉਂਦੇ ਆ। ਜਿਹੜੇ ਪੇਸ਼ੈਂਟ ਨੇ ਸਾਨੂੰ ਦਵਾਈ ਆਰਡਰ ਕੀਤੀ ਹੈ ਉਹਨੂੰ ਹੀ ਸਮਝਾਉਣਾ। ਥਰਡ ਪਰਸਨ ਉਹਦੇ ਘਰੋਂ ਕੋਈ ਫੋਨ ਆ ਗਿਆ, ਆਪਾਂ ਉਹਨੂੰ ਡਿਸਓਨ ਕਰ ਦੇਣਾ, ਅਸੀਂ ਨਹੀਂ ਤੁਹਾਨੂੰ ਜਾਣਦੇ। ਉਹ ਨਾਲ ਗੱਲ ਕਰਾ ਬੰਦੇ ਨਾਲ ਜਿਹਨੇ ਦਵਾਈ ਮੰਗਾਈ ਹੈ। ਠੀਕ ਹੈ ਜੀ, ਇੱਥੇ ਤੱਕ ਗੱਲ ਸਮਝ ਆ ਗਈ। ਉਦੋਂ ਤੱਕ ਜਦੋਂ ਤੱਕ ਤੁਸੀਂ ਆਰਡਰ ਦੇਣਾ ਹੈ, ਜਦੋਂ ਤੱਕ ਤੁਹਾਡਾ ਰੋਗ ਦਾ ਡਾਇਗਨੋਸ ਹੋਣਾ ਹੈ, ਜਦੋਂ ਤੱਕ ਤੁਹਾਨੂੰ ਦਵਾਈ ਉੱਥੇ ਡਿਲੀਵਰ ਹੋਣੀ ਹੈ, ਜਦੋਂ ਤੱਕ ਤੁਹਾਨੂੰ ਦਵਾਈ ਦਾ ਫਾਇਦਾ ਹੋਣਾ, ਈਚ ਐਂਡ ਐਵਰੀ ਸਟੈਪ 'ਤੇ ਮੈਂ ਤੁਹਾਡੇ ਨਾਲ ਆ। ਸਾਰੀ ਚੀਜ਼ ਦੀ ਜ਼ਿੰਮੇਵਾਰੀ ਮੇਰੀ। ਮੈਂ ਚਾਹੂੰਗਾ ਐਡਰੈਸ ਆਪਣਾ, ਤੁਹਾਡਾ ਫ਼ੋਨ ਨੰਬਰ, ਤੁਹਾਡੀ ਈਮੇਲ ਆਈਡੀ, ਤੁਹਾਡਾ ਫੇਸਬੁੱਕ ਪੇਜ ਜਿਹੜਾ ਵੀ ਹੈਗਾ ਤੁਸੀਂ ਦਰਸ਼ਕਾਂ ਨੂੰ ਜ਼ਰੂਰ ਦੱਸੋ। ਜ਼ਰੂਰ ਦੱਸਦਾ ਜੀ। ਮੇਰੇ ਨਾਲ ਸੰਪਰਕ ਕਰਨਾ ਬੜਾ ਆਸਾਨ ਹੈ ਜੀ। ਮੇਰਾ ਨੰਬਰ ਹੈ 9888 9 ਲਾ ਕੇ 4 ਵਾਰੀ 8 ਹੈ ਜੀ, 3 ਵਾਰੀ 00000 ਤੇ ਅੱਗੇ 60 ਨੰਬਰ 60 ਨੰਬਰ 9888000060 ਮੇਰਾ ਨੰਬਰ ਹੈ। ਆ ਥੱਲੇ ਤੁਹਾਡੀ ਸਕਰੀਨ ਤੇ ਵੀ ਫਲੈਸ਼ ਕਰ ਰਿਹਾ ਹੋਣਾ। ਦੂਜੇ ਨੰਬਰ ਤੇ ਮੇਰੀ ਈਮੇਲ ਆਈਡੀ ਹੈਗੀ ਆ ਹਰਸ਼ਵੀਰ HARSHBIRB ਫॉर ਬੰਬੇ ਵਾਲਾ ਜੀ BIR.Singh SINGH Singh 1313 @ ਤੁਸੀਂ ਆਪਦੀ ਪ੍ਰੋਬਲਮ ਇਸ ਈਮੇਲ ਆਈਡੀ ਉੱਤੇ ਲਿਖ ਕੇ ਮੈਨੂੰ ਮੈਸੇਜ ਵੀ ਕਰ ਸਕਦੇ ਹੋ, ਈਮੇਲ ਵੀ ਕਰ ਸਕਦੇ ਹੋ। ਮੇਰਾ ਫੇਸਬੁੱਕ ਪੇਜ ਹੈਗਾ ਜੀ ਸਿਕੰਦਰ ਹਰਬਲ ਕੇਅਰ, ਸਿਕੰਦਰ ਹਰਬਲ ਕੇਅਰ ਜੋ ਮੇਰੀ ਫਰਮ ਦਾ ਨਾਮ ਹੈ, ਸੇਮ ਮੇਰਾ ਫੇਸਬੁੱਕ ਪੇਜ ਹੈ। ਤੁਸੀਂ ਮੈਨੂੰ ਫੇਸਬੁੱਕ ਤੇ ਫੋਲੋ ਵੀ ਕਰ ਸਕਦੇ ਹੋ, ਤੁਸੀਂ ਮੈਨੂੰ ਉੱਤੇ ਮੈਸੇਜ ਵੀ ਭੇਜ ਸਕਦੇ ਹੋ। ਜੋ ਵੀ ਤੁਹਾਡਾ ਕੁਐਸਚਨ ਹੈ, ਜੇ ਤੁਹਾਡੀ ਕੋਈ ਇਨਕੁਆਇਰੀ ਹੈ, ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ, ਤੁਸੀਂ ਉੱਤੇ ਮੈਨੂੰ ਫੇਸਬੁੱਕ ਤੇ ਵੀ ਕਰ ਸਕਦੇ ਹੋ। ਅਦਰਵਾਈਜ਼ ਨਹੀਂ ਤਾਂ ਮੈਨੂੰ ਤੁਸੀਂ ਇਸੇ ਨੰਬਰ ਦੇ ਉੱਤੇ, ਮੇਰਾ ਜਿਹੜਾ ਮੋਬਾਈਲ ਨੰਬਰ ਹੈ ਉਹਦੇ ਉੱਤੇ WhatsApp ਵੀ ਕਰ ਸਕਦੇ ਹੋ। ਉਸੇ ਨੰਬਰ ਦੇ ਉੱਤੇ WhatsApp ਚੱਲਦਾ। ਸੋ ਵੈਦ ਹਰਸ਼ਵੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਹਮਦਰਦ ਟੀਵੀ ਦੇ ਰਾਹੀਂ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਦੂਰ ਕਰਨ ਦੇ ਲਈ ਲਗਾਤਾਰ ਯਤਨ ਕਰਦੇ ਹੋ, ਲਗਾਤਾਰ ਆਪਣੇ ਸੁਝਾਅ ਦਿੰਦੇ ਹੋ, ਲਗਾਤਾਰ ਜਾਣਕਾਰੀ ਉਹਨਾਂ ਨੂੰ ਆਪਣੇ ਸਰੀਰਕ ਕਮਜ਼ੋਰੀ ਬਾਰੇ ਦਿੰਦੇ ਹੋ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਬਾਰੇ ਦਿੰਦੇ ਹੋ। ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਸਾਰਿਆਂ ਨੂੰ ਦੇਖਣ ਵਾਲਿਆਂ ਦਾ ਵੀ। ਸੋ ਇਹ ਸਨ ਵੈਦ ਹਰਸ਼ਵੀਰ ਸਿੰਘ। ਲੰਬਾ ਤਜਰਬਾ ਹੈ, ਪਰਿਵਾਰਕ ਪਿਛੋਕੜ ਜਿਹੜਾ ਹੈ ਉਹ ਆਯੁਰਵੇਦ ਦੇ ਵਿੱਚ ਕੰਮ ਕਰ ਰਿਹਾ ਹੈ ਔਰ ਹੁਣ ਵੀ ਕਹਿੰਦੇ ਵੀ ਅਸੀਂ ਲੋਕਾਂ ਵਾਂਗ ਗਰੰਟੀ ਨਹੀਂ ਦਿੰਦੇ, ਦਵਾਈ ਦਿੰਦੇ ਹਾਂ ਤਾਂ ਉਸ ਦਾ ਅਸਰ ਵੀ ਜ਼ਰੂਰ ਹੁੰਦਾ ਹੈ। ਔਰ ਜਿਹੜੀ ਇੱਕ ਗੱਲ ਬਹੁਤ ਅੱਛੀ ਮੈਨੂੰ ਲੱਗੀ ਔਰ ਤੁਹਾਨੂੰ ਵੀ ਸ਼ਾਇਦ ਉਹ ਗੱਲ ਸਮਝ ਆਈ ਹੋਵੇ ਵੀ ਵਿਦੇਸ਼ਾਂ ਦੇ ਵਿੱਚ ਜਦੋਂ ਦਵਾਈ ਆਪਾਂ ਇੰਡੀਆ ਤੋਂ ਮੰਗਵਾਉਂਦੇ ਹਾਂ ਤਾਂ ਉਹ ਦਵਾਈ ਪਹੁੰਚਦੀ ਕਿਉਂ ਨਹੀਂ ਹੈ। ਸੋ ਇਹ ਇਸ ਚੀਜ਼ ਦੀ ਵੀ ਗਰੰਟੀ ਲੈਂਦੇ ਨੇ ਵੀ ਜਿਹੜਾ ਡੈਕਲੇਰੇਸ਼ਨ ਫਾਰਮ ਹੈ ਉਹਦੇ ਉੱਤੇ ਅਸੀਂ ਸਹੀ ਚੀਜ਼ਾਂ, ਤੱਥ ਜਿਹੜੇ ਆਪਾਂ ਦਵਾਈ ਦੇ ਵਿੱਚ ਪਾਏ ਹੁੰਦੇ ਨੇ, ਆਯੁਰਵੇਦ ਦੇ ਵਿੱਚ ਜਿਹੜੇ ਆਪਾਂ ਯੂਜ਼ ਕਰਦੇ ਹਾਂ ਉਹੀ ਚੀਜ਼ਾਂ ਆਪਾਂ ਲਿਖ ਕੇ ਦਿੰਦੇ ਹਾਂ। ਇਸ ਕਰਕੇ ਸਾਡੀ ਦਵਾਈ ਕਦੇ ਰੁਕਦੀ ਨਹੀਂ, ਮੁੜਦੀ ਨਹੀਂ। ਉਹ ਜਿੱਥੋਂ ਪੇਸ਼ੈਂਟ ਨੇ ਮੰਗਵਾਈ ਹੈ, ਜਿੱਥੋਂ ਪੇਸ਼ੈਂਟ ਨੇ ਪੈਸੇ ਭੇਜੇ ਆ, ਉਹਦੇ ਤੱਕ ਪਹੁੰਚ ਜਾਂਦੀ ਹੈ। ਔਰ ਖਾਸ ਤੌਰ ਦੇ ਉੱਤੇ ਪੇਸ਼ੈਂਟਸ ਦੀ ਸੀਕ੍ਰੇਸੀ ਦਾ ਵੀ ਧਿਆਨ ਜ਼ਰੂਰ ਰੱਖਿਆ ਜਾਂਦਾ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ।